ਸਾਖੀ 11ਵੀਂ ਭਾਈ ਬਹੋੜਾ। ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦੇ ਦਿਨਾਂ ਵਿੱਚ ਸਤਿਗੁਰੂ ਕੁਝ ਦਿਨਾਂ ਲਈ ਕਿਸੇ ਸਾਂਗੇ ਗੋਇੰਦਵਾਲ ਆਏ। ਇੱਥੇ ਵੀ ਪਿੱਛੇ ਦੱਸੀ ਨਿਤ ਕਿਰਿਆ ਵਾਂਗੂ ਹੀ ਸਭ ਕਾਰਜ ਹੁੰਦੇ ਸਨ। ਇੱਕ ਦਿਨ ਆਸਾ ਦੀ ਵਾਰ ਹੋ ਚੁੱਕੀ ਸੀ। ਦਰਬਾਰ ਲੱਗ ਰਿਹਾ ਸੀ ਕਿ ਇੱਕ ਆਦਮੀ ਆ ਨਿਕਲਿਆ। ਪਹਿਲੋਂ ਰੱਜ ਕੇ ਦਰਸ਼ਨ ਕੀਤੋਸ, ਫਿਰ ਚਰਨਾਂ ਤੇ ਮੱਥਾ ਧਰ ਦਿੱਤੋਸ। ਛੁਹੰਦਿਆਂ ਹੀ ਕੰਬ ਗਿਆ। ਫਿਰ ਕੁਛ ਵਿੱਥ ਤੇ ਖੜੋ ਕੇ ਦਰਸ਼ਨ ਕਰਦਾ ਰਿਹਾ। ਇਹਨੇ ਨੂੰ ਸਤਿਗੁਰੂ ਨੇ ਆਵਾਜ਼ ਦਿੱਤੀ, ਉਹ ਬਹੋੜੇ, ਕੀ ਕਿਰਤ ਕਰਦਾ ਹੁੰਦਾ ਹੈ ਭਾਈ? ਬਹੋੜਾ ਸੁਣ ਕੇ ਫਿਰ ਕੰਬਿਆ, ਹੱਥ ਜੋੜ ਬੋਲਿਆ, ਹੇ ਸੱਚੇ ਗੁਰੂ, ਮੈਂ ਸੁਨਿਆਰੇ ਦੀ ਕਿਰਤ ਕਰਦਾ ਹੁੰਦਾ ਹਾਂ। ਗੁਰੂ ਜੀ, ਧਰਮ ਕਿਰਤ ਕਰਦਾ ਹੈ ਕਿ ਖੋਟ ਪਾਉਂਦਾ ਹੈ ਤੇ ਪਹੇਮਾਨੀਆਂ ਵੀ ਕਰਦਾ ਹੈ? ਸੱਚ ਬੋਲੀ। ਬਹੋੜਾ ਫੇਰ ਕੰਬਿਆ। ਐਤਕੀ ਨੈਣੀ ਨੀਰ ਪੀ ਭਰ ਆਇਆ ਤੇ ਥਿੜਕਦੀ ਆਵਾਜ਼ੇ ਬੋਲਿਆ, ਹੇ ਸਤਿਗੁਰੂ, ਮਜ਼ਦੂਰੀ ਖਰੀ ਕਰਕੇ ਪੂਰੀ ਲੈਂਦਾ ਹਾਂ, ਪਰ ਜੋ ਚੀਜ਼ ਘੜ ਕੇ ਦਿੰਦਾ ਹਾਂ ਉਸ ਵਿੱਚ ਖੋਟ ਵੀ ਪਾ ਦਿੰਦਾ ਹਾਂ, ਜੋ ਸਿਆਣ ਨਹੀਂ ਹੁੰਦਾ। ਇਉਂ ਧਨ ਕਾਫੀ ਮਿਲ ਜਾਂਦਾ ਹੈ। ਮਾਰੋ ਚਾਹੇ ਰੱਖੋ, ਸੱਚ ਦਾ ਹੁਕਮ ਸੁਣ, ਮਨ ਸ਼ਰਮਾਂਦੇ ਸੱਚ ਬਕ ਦਿੱਤਾ ਹੈ। ਮਾਰੋ ਚਾਹੇ ਰੱਖੋ, ਸੱਚ ਦਾ ਹੁਕਮ ਸੁਣ, ਮਨ ਸ਼ਰਮਾਂ ਦੇ ਸੱਚ ਬਕ ਦਿੱਤਾ ਹੈ। ਗੁਰੂ ਜੀ, ਇਹ ਤਾਂ ਭਾਈ ਅਧਰਮ ਹੈ। ਬਹੋੜਾ, ਸਾਡਾ ਪਿਤਾ ਪਿਤਾਮਹਾਂ ਤੋਂ ਸੁਭਾਅ ਹੋ ਗਿਆ ਹੈ, ਖੋਟ ਜ਼ਰੂਰ ਪਾਉਣਾ। ਧਰਮ ਅਧਰਮ ਕੋਈ ਨਹੀਂ ਵਿਚਾਰੀਦਾ। ਗੁਰੂ ਜੀ, ਜੋ ਕੁਛ ਕਰੀਦਾ ਹੈ ਉਸ ਦੇ ਸੰਸਕਾਰ ਮਨ ਅੰਦਰ ਡੂੰਘੇ ਥਾਂ ਜਮ੍ਹਾਂ ਰਹਿੰਦੇ ਹਨ। ਖੋਟੇ ਕੀਤੇ ਦੇ ਖੋਟੇ ਸੰਸਕਾਰ ਰਹਿੰਦੇ ਹਨ। ਉਹੀ ਜਿਉਂਦੇ ਮੋਏ ਦੁੱਖ ਦਾਤੇ ਹੁੰਦੇ ਹਨ, ਕਾਲ ਚੱਕਰ ਵਿੱਚ ਭੁਆਉਂਦੇ ਹਨ। ਬਹੋੜਾ ਪਾਤਸ਼ਾਹ, ਮਿਹਰ ਕਰੋ, ਕੱਢੋ ਇਸ ਗੇੜ ਵਿੱਚੋਂ। ਗੁਰੂ ਜੀ, ਕੁਕਰਮਾਂ ਦਾ ਤਿਆਗ ਕਰ। ਜੇ ਮੱਲੋ ਮੱਲੀ ਹੋਵੇ ਫੇਰ ਤਿਆਗ ਕਰ। ਹਾਰ ਨਾ ਤੇ ਬਣੇ ਖੋਟੇ ਸੁਭਾਵ ਨੂੰ ਯਤਨ ਲਾ ਜਿੱਤੀ ਜਾ। ਜਿਵੇਂ ਜਾਲ ਫਸਿਆ ਮਗਰਮੱਛ ਯਤਨ ਲਾ ਜਾਲ ਕੱਟ ਦਿੰਦਾ ਹੈ। ਕਿਰਤ ਧਰਮ ਦੀ ਕਰ, ਕੋਈ ਕਿਰਤ ਕਰ, ਪਰ ਧਰਮ ਦੀ ਕਿਰਤ ਕਰ। ਪਿਛਲੇ ਇਕੱਠੇ ਹੋਏ ਖੋਟੇ ਸੰਸਕਾਰਾਂ ਨੂੰ ਅੰਦਰੋਂ ਕੱਢ। ਬਹੋੜਾ, ਕਿਵੇਂ ਦਾਤਾ ਜੀਓ? ਗੁਰੂ ਜੀ, ਵਾਹਿਗੁਰੂ ਜੀ ਦਾ ਸਿਮਰਨ ਕਰ। ਬਹੋੜਾ, ਸਤ ਬਚਨ ਮਹਾਰਾਜ, ਜੇ ਸਿਮਰਨ ਵਿੱਚ ਚਿੱਤ ਨਾ ਲੱਗੇ ਤਾਂ ਕੀ ਕਰਾਂ ਜੀਓ? ਗੁਰੂ ਜੀ, ਸਤ ਸੰਗਤ ਕਰ, ਕੀਰਤਨ ਸੁਣ, ਗੁਰਬਾਣੀ ਪੜ੍ਹ ਤੇ ਵਿਚਾਰ। ਬਹੋੜੇ ਨੇ ਹੁਣ ਫੇਰ ਚਰਨਾਂ ਤੇ ਸਿਰ ਧਰ ਦਿੱਤਾ ਤੇ ਇਹ ਵਿਚਾਰਿਆ ਕਿ ਮੈਂ ਆਪਣਾ ਨਵਾਂ ਜੀਵਨ ਬਣਾਵਾਂ ਤੇ ਸਤਸੰਗ ਵਿੱਚ ਰਹਿ ਕੇ ਹੀ ਆਪਾ ਬਦਲਾਵਾਂ। ਸੋ ਗੁਰੂ ਕੀ ਸੰਗਤ ਵਿੱਚ ਰਹਿ ਪਿਆ। ਇਹ ਗੁਰੂ ਜੀ ਪਾਸ ਰਿਹਾ, ਹਰੀ ਮੰਦਰ ਦੀ ਸੇਵਾ ਵਿੱਚ ਲੱਗ ਪਿਆ। ਇਸ ਦੀ ਸੱਚੀ ਘਾਲ ਪਰ ਰੀਝ ਕੇ ਗੁਰੂ ਜੀ ਨੇ ਨਾਮਦਾਨ ਦਾ ਰਸ ਪ੍ਰਦਾਨ ਕੀਤਾ। ਇਸ ਨੇ ਨਾਮ ਦੀ ਘਾਲ ਐਸੀ ਕੀਤੀ ਕਿ ਸਤਿਗੁਰਾਂ ਨੇ ਪਰਮ ਪਦ ਬਖਸ਼ਿਆ, ਗੁਰਮੁਖ ਬਣਾ ਦਿੱਤਾ। ਹੁਕਮ ਦਿੱਤਾ, ਹੁਣ ਘਰ ਜਾਓ ਤੇ ਨਾਮ ਦਾ ਜੀਵਨ ਬਸਰ ਕਰੋ। ਬਹੋੜੇ ਅਰਦਾਸ ਕੀਤੀ, ਕਿੱਤਾ ਕੀ ਕਰਾਂ? ਗੁਰੂ ਜੀ ਬੋਲੇ, ਹੁਣ ਕਿਰਤ ਜਗਤ ਨਿਸਤਾਰਨ ਦੀ ਕਰੋ। ਮੇਰੇ ਨਿਮਿਤ ਆਪਣੇ ਘਰ ਵਿੱਚ ਆਏ ਗਏ ਭੁੱਖੇ ਕੰਗਾਲ ਲੋੜਵੰਦ ਨੂੰ ਅੰਨ ਦਿਓ। ਸਿੱਖੀ ਵਿੱਚ ਕਾਇਮ ਰਹੋ। ਦੁੱਖ ਸੁੱਖ ਵਿੱਚ ਭਾਣਾ ਮੰਨੋ। ਭਾਣੇ ਦੇ ਸਾਈਂ ਨਾਲ ਸਦਾ ਜੁੜੇ ਰਹੋ। ਦਾਤਾ ਪ੍ਰਭੂ ਆਪ ਹੈ ਦੇਵੇਗਾ। ਇਸ ਪ੍ਰਕਾਰ ਗੋਇੰਦਵਾਲ ਵਿੱਚ ਕੁਛ ਚਿਰ ਠਹਿਰੇ ਤੇ ਸੰਗਤਾਂ ਦੇ ਉਧਾਰ ਕੀਤੇ। ਫੇਰ ਹਰਿਮੰਦਰ ਦੀ ਕਾਰ ਸੇਵਾ ਲਈ ਗੁਰੂ ਕੀ ਨਗਰੀ ਆ ਬਿਰਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 12ਵੀਂ ਭਾਈ ਬਹਿਲੋ। ਹਰਿਮੰਦਰ ਦੀ ਉਸਾਰੀ ਲਈ ਖਰੀਆਂ ਪੱਕੀਆਂ ਇੱਟਾਂ ਦੀ ਲੋੜ ਸੀ। ਫਫਰੇ ਨਾਮੇ ਗ੍ਰਾਂ ਵਿੱਚ ਇੱਕ ਬਹਿਲੋ ਨਾਮੇ ਸੁਲਤਾਨੀਆਂ ਜਾਤ ਦਾ ਸਿੱਧੂ ਰਹਿੰਦਾ ਸੀ। ਇਹ ਆਵਿਆਂ ਇੱਟਾਂ ਆਦਿ ਦੀ ਕਾਰੀਗਰੀ ਦਾ ਜਾਣੂ ਖਿਆਲ ਕੀਤਾ ਜਾਂਦਾ ਸੀ। ਸਤਿਗੁਰੂ ਜੀ ਨੇ ਇਸ ਨੂੰ ਬੁਲਾਵਾ ਘੱਲਿਆ। ਇਹ ਸਰਵਰ ਦਾ ਮੁਰੀਦ ਸੀ। ਸ਼ੇਖ ਦਾ ਠਾਠ ਕਰਕੇ ਖੂੰਡੀ ਹੱਥ ਲੈ ਕੇ
ਖਲਰਾ ਗਲ ਵਿੱਚ ਪਾ ਕੇ ਨਿਗਾਹੇ ਜਾਇਆ ਕਰਦਾ ਸੀ ਤੇ ਸੰਗੀ ਵੀ ਨਾਲ ਲਿਜਾਂਦਾ ਹੁੰਦਾ ਸੀ। ਸੋ ਸੁਲਤਾਨੀਆਂ ਦਾ ਇਹ ਵੱਡਾ ਆਗੂ ਸੀ। ਪਹਿਲੋਂ ਤਾਂ ਇਸ ਨੇ ਆਪਣੀ ਬਣੀ ਹੋਈ ਵਡਿਆਈ ਨੂੰ ਵੱਟਾ ਲੱਗਦਾ ਸਮਝ ਕੇ ਜਾਣੋ ਨਾ ਕੀਤੀ, ਪਰ ਫੇਰ ਟੁਰ ਪਿਆ ਤੇ ਦਿਲ ਵਿੱਚ ਧਾਰਿਓਸ ਕਿ ਜੇ ਸਤਲੁਜ ਅੱਪੜਦੇ ਤਾਈਂ ਸੁਲਤਾਨ ਨੇ ਦਿਖਾਈ ਦਿੱਤੀ ਤਾਂ ਮੁੜ ਆਸਾਂ, ਨਹੀਂ ਤਾਂ ਗੁਰੂ ਕਾ ਹੋ ਜਾਸਾਂ। ਸੋ ਸਤਲੁਜ ਤੱਕ ਕੋਈ ਦਿਖਾਈ ਨਾ ਹੋਈ ਤਾਂ ਇਹ ਬੇੜੀ ਵਿੱਚ ਬਹਿ ਗਿਆ ਤੇ ਨਦੀ ਦੇ ਵਿਚਾਲੇ ਜਾ ਕੇ ਭਿਰਾਈ ਦਾ ਭੇਖ ਖਵਾਜਾ ਖਿਜਰ ਦੀ ਭੇਟ ਕਰ ਦਿੱਤਾ ਤੇ ਸਾਦੇ ਕੱਪੜੇ ਪਹਿਨ ਲਏ। ਸਨੇ ਸਨੇ ਜਾ ਹਜ਼ੂਰੀ ਵਿੱਚ ਪਹੁੰਚਾ। ਸਤਿਗੁਰ ਦਿਆਲ ਹੋਏ, ਸਿੱਖੀ ਦਾਨ ਦਿੱਤੀ, ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਲਾ ਦਿੱਤਾ। ਫਿਰ ਇੱਟਾਂ ਥਪਾਉਣ ਵਾਸਤੇ ਆਵੇ ਲਾਉਣ ਪਕਾਉਣ ਦੇ ਕੰਮ ਦੀ ਸਪੁਰਦੀ ਸਾਰੀ ਕਰ ਦਿੱਤੀ। ਬਹਿਲੋ ਵੀ ਤਨੋਂ ਮਨੋਂ ਹੋ ਕੇ ਸੇਵਾ ਵਿੱਚ ਲੱਗ ਪਿਆ। ਜਿਉਂ-ਜਿਉਂ ਸੇਵਾ ਕੀਤੀ, ਗੁਰੂ ਪ੍ਰੇਮ ਦਿਲ ਵਿੱਚ ਡੂੰਘਾ ਲੈਂਦਾ ਗਿਆ। ਦਰਸ਼ਨ ਕਰੇ ਤੇ ਰੱਜੇ ਨਾ, ਹੋਰ ਕਰੇ ਤੇ ਸੇਵਾ ਵਿੱਚ ਲੱਗਾ ਰਹੇ। ਰਸਨਾ ਸਿਮਰਨ ਵਿੱਚ ਰਹੇ, ਹੱਥ ਕਾਰ ਕਰਦੇ ਰਹਿਣ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸ਼ੁੱਧਾ ਪਿਪਾਸਾ ਨੀਂਦ ਨਾ ਜਾਣੈ, ਆਲਸ ਬਿਨ ਸੇਵਾ ਸਵਧਾਨੈ। ਕਾਰ ਈਂਟ ਕਾ ਕਰੇ ਪਚਾਵੈ, ਭਲੀ ਰੀਤ ਕਰ ਪ੍ਰੇਮ ਪਕਾਵੈ। ਜਬ ਗੁਰ ਮਿਲੈ ਲਾਏ ਟਕ ਰਹੈ, ਜਥਾ ਚਕੋਰ ਚੰਦ ਕੋ ਚਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 13ਵੀਂ। ਭਾਈ ਬੁੱਧੂ। ਲਾਹੌਰ ਵਿੱਚ ਇੱਕ ਸਿੱਖ ਰਹਿੰਦਾ ਸੀ। ਉਸ ਦਾ ਨਾਮ ਸੀ ਬੁੱਧੂ। ਜਾਤ ਦਾ ਸੀ ਘੁਮਿਆਰ। ਕਾਰ ਕਰਦਾ ਸੀ ਇੱਟਾਂ ਦੇ ਆਵੇ ਲਾਉਣ ਦੀ। ਕਿਰਤਕਾਰ ਸਾਰੀ ਧਰਮ ਦੀ ਕਰਦਾ ਸੀ। ਸਿੱਖੀ ਪ੍ਰਾਪਤ ਸੀ। ਕਮਾਈ ਵਿੱਚੋਂ ਲੋੜਵੰਦ ਗੁਰੂ ਸਿੱਖਾਂ ਦੀ ਸੇਵਾ ਵੀ ਕਰਦਾ ਸੀ। ਦਸਵੰਧ ਗੁਰੂ ਅਰਪਣ ਕਰਦਾ ਸੀ। ਜਿਨ੍ਹਾਂ ਦਿਨਾਂ ਵਿੱਚ ਹਰਿਮੰਦਰ ਉਸਰ ਰਿਹਾ ਸੀ, ਇਸ ਨੇ ਲਾਹੌਰ ਇੱਕ ਬਹੁਤ ਵੱਡਾ ਆਵਾ ਚਾੜਿਆ, ਜਿਸ ਪਰ ਆਪਣਾ ਧਨ ਵੀ ਲਾਇਆ ਤੇ ਕੁਛ ਉਧਾਰ ਲੈ ਕੇ ਵੀ ਲਾਇਆ। ਕੁਛ ਮਾਇਆ ਦਸਵੰਧ ਦੀ ਪਈ ਵੇਖ ਕੇ ਸੋਚਿਓ ਉਸ ਕਿ ਗੁਰੂ ਚੱਕ ਚੱਲਾਂ, ਇਹ ਮਾਇਆ ਅਰਪਣ ਕਰਾਂ ਜੋ ਹਰਿਮੰਦਰ ਦੀ ਉਸਾਰੀ ਵਿੱਚ ਸਫਲੀ ਹੋਵੇ। ਨਾਲੇ ਇਹ ਵੀ ਸੋਚੀ ਕਿ ਸਤਿਗੁਰੂ ਜੀ ਦੀ ਅਸ਼ੀਰਵਾਦ ਲਵਾਂ ਤੇ ਮੇਰਾ ਆਵਾ ਸਿਰੇ ਚੜ੍ਹੇ ਤੇ ਖੁੱਲ੍ਹਾ ਧਨ ਹੱਥ ਆਵੇ। ਲਾਲਸਾ ਇਹ ਵੀ ਸੀ ਕਿ ਦਰਸ਼ਨ ਕਰਾਂ ਤੇ ਨਾਮ ਬਾਣੀ ਵਿੱਚ ਬਰਕਤ ਪਵੇ। ਬੁੱਧੂ ਅੰਦਰੋਂ ਬਾਹਰੋਂ ਸਾਫ਼, ਗੁਰੂ ਕਾ ਤਨੋਂ ਮਨੋਂ ਸ਼ਰਧਾਵਾਨ ਸਿੱਖ ਸੀ। ਇਸ ਪ੍ਰਕਾਰ ਮਨੋਰਥ ਧਾਰਦਾ ਗੁਰੂ ਕੀ ਨਗਰੀ ਪਹੁੰਚਾ। ਦੀਵਾਨ ਵਿੱਚ ਹਾਜ਼ਰ ਹੋਇਆ। ਜਦੋਂ ਸਿੱਖਾਂ ਦੇ ਪੇਸ਼ ਹੋਣ ਤੇ ਭੇਟਾ ਅੱਗੇ ਧਰੀਆਂ ਜਾਣ ਦਾ ਸਮਾਂ ਆਇਆ ਤਾਂ ਇਸ ਨੇ ਵੀ ਭੇਟਾ ਅੱਗੇ ਧਰੀ ਤੇ ਮੇਵੜੇ ਨੇ ਅਰਦਾਸ ਕੀਤੀ ਕਿ ਜੀਓ, ਆਪ ਦਾ ਸਿੱਖ ਮਾਇਆ ਭੇਟ ਲੈ ਕੇ ਹਾਜ਼ਰ ਹੋਇਆ ਹੈ। ਸਿੱਧਕਵਾਨ ਹੈ, ਆਵਿਆਂ ਦਾ ਕੰਮ ਕਰਦਾ ਹੈ। ਨਾਮ ਜਗਤ ਪ੍ਰਸਿੱਧ ਬੁੱਧੂ ਹੈ। ਅਰਦਾਸ ਹੈ, ਸਿੱਖ ਨੇ ਨਵਾਂ ਲਾਇਆ ਆਵਾ ਸਿਰੇ ਚੜੇ ਤੇ ਪੱਕਾ ਪੱਕੇ। ਸਤਿਗੁਰੂ ਜੀ ਨੇ ਫਰਮਾਇਆ, ਭਾਈ ਸਿੱਖਾ, ਨਾਮ ਜਪ, ਬਾਣੀ ਪੜ੍ਹ, ਸਿੱਖਾਂ ਦੀ ਸੇਵਾ ਕਰ, ਤੇਰਾ ਕਾਰਜ ਵਾਹਿਗੁਰੂ ਸਿੱਧ ਕਰ ਦੇਵੇਗਾ, ਆਵਾ ਸਿਰੇ ਚੜ੍ਹੇਗਾ। ਬੁੱਧੂ ਨੇ ਲਾਹੌਰ ਜਾ ਕੇ ਆਵੇ ਨੂੰ ਅੱਗ ਦਿੱਤੀ। ਜਦ ਆਵਾ ਕਿੰਨਾ ਚਿਰ ਗਰਮ ਹੋ ਕੇ ਪੱਕ ਜਾਣ ਤੇ ਅੱਪੜ ਗਿਆ ਤਾਂ ਮੋਹਰੀ ਖੋਲੀ, ਨਮੂਨਾ ਡਿੱਠਾ ਤਾਂ ਪਤਾ ਲੱਗਾ ਕਿ ਕਾਰਜ ਹੋ ਗਿਆ ਹੈ। ਫਿਰ ਇਸ ਨੇ ਆਵੀ ਖੁੱਲਣ ਤੋਂ ਪਹਿਲਾਂ ਸਿੱਖਾਂ ਦਾ ਪ੍ਰਸ਼ਾਦ ਕੀਤਾ। ਸਾਰਾ ਦਿਨ ਲੰਗਰ ਜਾਰੀ ਰਿਹਾ। ਸੰਝਾਂ ਦੇ ਲਗਭਗ ਸਭ ਭੋਜਨ ਸਮਾਪਤ ਹੋ ਗਿਆ। ਸਿੱਖ ਸੰਗਤ ਟੁਰ ਗਏ। ਤਦ ਅਚਾਨਕ ਇੱਕ ਸਿੱਖ ਆ ਨਿਕਲਿਆ ਤੇ ਉਸ ਨੇ ਅੰਨ ਮੰਗਿਆ। ਬੁੱਧੂ ਨੇ ਕਿਹਾ, ਭਾਈ, ਹੁਣ ਤਾਂ ਸਭ ਕੁਝ ਮੁੱਕ ਚੁੱਕਾ ਹੈ। ਪਹਿਲੋਂ ਆਉਂਦੇ ਤਾਂ ਰੱਜ ਕੇ ਛਕ ਲੈਂਦੋ। ਪਹਿਲੀ ਸੰਗਤ ਨੇ ਭੋਜਨ ਦੀ ਸਮਾਪਤੀ ਤੇ ਅਰਦਾਸ ਕਰਦਿਆਂ ਅਸੀਸ ਦਿੱਤੀ ਕਿ ਬੁੱਧੂ ਦਾ ਆਵਾ ਰਾਸ ਆਵੇ ਤੇ ਪੱਕਾ ਨਿਕਲੇ। ਪਰ ਇਸ ਸਿੱਖ ਨੇ ਕਿਹਾ, ਅੱਛਾ ਬੁੱਧੂ, ਸ਼ੁੱਧਾ ਨਾਲ ਵਿਆਕਲ ਸਿੱਖ ਨੂੰ ਭੋਜਨ ਨਹੀਂ ਦਿੱਤਾ, ਤੇਰਾ ਆਵਾ ਪੱਕਾ ਨਾ ਨਿਕਲੇ। ਇਸ ਸਿੱਖ ਦਾ ਨਾਮ ਸੀ ਲੱਖੂ। ਬੁੱਧੂ ਨੇ ਕਿਹਾ, ਲੱਖੂ, ਤੂੰ ਸਿੱਖ ਹੈ, ਗੁਰੂ ਵਾਕ ਦੇ ਵਿਰੁੱਧ ਬੋਲਦਾ ਹੈ। ਗੁਰੂ ਆਵਾ ਪੱਕਾ ਕਰ ਚੁੱਕੇ ਹਨ, ਤੂੰ ਕੌਣ ਹੈ ਕੱਚਾ ਕਰਨੇ ਵਾਲਾ? ਵੇਲੇ ਸਿਰ ਆਪ ਨਹੀਂ ਪਹੁੰਚਿਆ ਤੇ ਹੁਣ ਸਾਨੂੰ ਸਰਾਪ ਦਿੰਦਾ ਹੈ। ਲੱਖੂ ਨੇ ਕਿਹਾ, ਅਸੀਂ ਵੀ ਭਾਈ ਉਸੇ ਗੁਰੂ ਦੇ ਸਿੱਖ ਹਾਂ,
ਜੋ ਸਿੱਖਾਂ ਦਾ ਦੁੱਖ ਨਹੀਂ ਵੇਖ ਸਕਦਾ। ਲੱਖੂ ਤਾਂ ਭੁੱਖ ਹੋਟੇ ਉਦਾਸ ਟੁਰ ਗਿਆ। ਜਦ ਵਕਤ ਆਇਆ ਕਿ ਆਵਾ ਖੋਲ੍ਹਿਆ ਜਾਏ ਤਾਂ ਅਗਲੇ ਦਿਨ ਬੁੱਧੂ ਨੇ ਆਵਾ ਖੋਲ੍ਹਿਆ ਤਾਂ ਮੋਹਰੀਆਂ ਦੀਆਂ ਪਹਿਲੀਆਂ ਪੱਕੀਆਂ ਤੋਂ ਜਦ ਅੱਗੇ ਗਏ ਤਾਂ ਇੱਟਾਂ ਪੀਲੀਆਂ। ਬੁੱਧੂ ਨੇ ਧਨ ਬੜਾ ਲਾਇਆ ਸੀ, ਕਰਜ਼ਾ ਵੀ ਚਾਇਆ ਸੀ, ਲੱਕ ਟੁੱਟ ਗਿਆ ਕਿ ਹੁਣ ਕੀ ਬਣ ਸੀ। ਹੋਰ ਕੁਝ ਨਾ ਸੁੱਝੀ ਗੁਰੂ ਕੇ ਹਜ਼ੂਰ ਭੱਜਾ ਗਿਆ। ਜਾ ਬੇਨਤੀ ਕੀਤੀ। ਸੁਣ ਕੇ ਸਤਿਗੁਰਾਂ ਨੇ ਕਿਹਾ, ਬੁੱਧੂ ਕੋਈ ਸਿੱਖ ਤੇਰੇ ਤੇ ਅਪ੍ਰਸੰਨ ਗਿਆ ਹੈ। ਤਦ ਬੁੱਧੂ ਨੇ ਲੱਖੂ ਦੀ ਕਥਾ ਸੁਣਾਈ। ਗੁਰੂ ਜੀ ਸੁਣ ਕੇ ਚੁੱਪ ਹੋ ਗਏ। ਕੁਝ ਚਿਰ ਮਗਰੋਂ ਬੁੱਧੂ ਨੇ ਕਿਹਾ, ਹੇ ਦਾਤਾ, ਮੇਰੀ ਗੱਤ ਹੁਣ ਕੀ ਬਣੂ? ਕਰਜ਼ੇ ਨਾਲ ਬੱਝਾ ਪਿਆ ਹਾਂ। ਆਪ ਮਾਲਕ ਹੋ, ਆਪ ਦਾ ਵਾਕ, ਆਪ ਦਾ ਦਾਸ ਹੋ ਕੇ ਸਿੱਖ ਉਲਟਾ ਦੇਵੇ ਤੇ ਮੈਂ ਗਰੀਬ ਮਾਰਿਆ ਜਾਵਾਂ। ਭੁੱਲ ਬਖਸ਼ੋ। ਤਾਂ ਆਪ ਬੋਲੇ, ਬੁੱਧੂ ਗੁਰੂ ਕਾ ਵਾਕ ਸਿੱਖ ਹਟਾਵੇ ਤਾਂ ਗੁਰੂ ਕਾ ਬਿਰਦ ਝੱਲ ਲੈਂਦਾ ਹੈ, ਪਰ ਜੇ ਸਿੱਖ ਕੋਈ ਵਾਕ ਕਹੇ ਤਾਂ ਗੁਰੂ ਦਾ ਬਿਰਦ ਉਸ ਨੂੰ ਨਹੀਂ ਉਲਝਾਉਂਦਾ। ਦੇਖ, ਵਾਹਿਗੁਰੂ ਦੀ ਬੱਧੀ ਭਗਤ ਛੁਡਾ ਲੈਂਦੇ ਹਨ, ਪਰ ਵਾਹਿਗੁਰੂ ਦਾ ਬਿਰਦ ਹੈ ਕਿ ਭਗਤਾਂ ਦੀ ਬੱਧੀ ਨਹੀਂ ਛੁਡਾਉਂਦਾ। ਮੇਰੀ ਬਾਂਦੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਏਕ ਸਮੈ ਮੋਖੋ ਗਹਿ ਬਾਧੈ, ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਦੇਖ, ਵਾਹਿਗੁਰੂ ਗੁਰੂ ਨਾਲ ਜੁੜੇ ਸਿੱਖ ਕਿ ਅਭਿਆਗਤ ਦਾ ਸਦਾ ਸਤਿਕਾਰ ਰੱਖਣਾ, ਇਹ ਭੁੱਲ ਨਾ ਕਰਨੀ। ਤੂੰ ਵੀ ਸਿੱਖ ਹੈ, ਤੇਰੇ ਤੇ ਕਸ਼ਟ ਨਾ ਪਵੇ, ਤੇਰਾ ਕੰਮ ਸਵਰ ਜਾਵੇਗਾ। ਜਾ ਆਵਾ ਖੋਲ ਤੇਰੀਆਂ ਪਿੱਲੀਆਂ ਪੱਕੀਆਂ, ਅੱਧ ਪੱਕੀਆਂ, ਸਭ ਪੱਕੀਆਂ ਦੇ ਭਾਅ ਵਿਕ ਜਾਣਗੀਆਂ। ਰੁੱਤ ਬਰਸਾਤ ਦੀ ਆਈ। ਕਿਲੇ ਦੀ ਬਾਹੀ ਗਿਰੀ ਤੇ ਨਵੀਂ ਉਸਾਰਨ ਲਈ ਨੀਹਾਂ ਖੁਦ ਚੁੱਕੀਆਂ ਸਨ। ਨੀਹਾਂ ਭਰਨ ਲਈ ਇੱਟਾਂ ਨਹੀਂ ਸਨ ਮਿਲਦੀਆਂ ਤੇ ਜ਼ਰੂਰੀ ਸੀ ਵਰਖਾ ਤੋਂ ਪਹਿਲੋਂ ਭਰ ਦੇਣਾ ਨੀਹਾਂ ਦਾ। ਹੋਰ ਆਵਾ ਲਾਹੌਰ ਵਿੱਚ ਕੋਈ ਤਿਆਰ ਨਾ ਸੀ। ਉਸ ਦੇ ਆਵੇ ਦੀਆਂ ਸਾਰੀਆਂ ਇੱਟਾਂ ਦਾ ਸੌਦਾ ਪੱਕੀਆਂ ਦੇ ਭਾਅ ਹੋ ਗਿਆ। ਕਿਲੇ ਦਾ ਕੰਮ ਸਰਕਾਰੀ ਨਾ ਰੁਕਿਆ ਤੇ ਬੁੱਧੂ ਨੂੰ ਨਫਾ ਹੋ ਗਿਆ। ਲੱਖੂ ਦਾ ਵਾਕ ਵੀ ਅਨਥਾ ਨਾ ਹੋਇਆ। ਗੁਰੂ ਨੇ ਉਸ ਨੂੰ ਅਨਥਾ ਨਾ ਹੋਣ ਦਿੱਤਾ, ਪਰ ਬੁੱਧੂ ਦਾ ਕਾਰਜ ਵੀ ਸਵਾਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 14ਵੀਂ। ਗੰਗਾ ਰਾਮ ਬ੍ਰਾਹਮਣ। ਇੱਕ ਵਪਾਰੀ ਸੀ, ਜਾਤ ਦਾ ਬ੍ਰਾਹਮਣ ਸੀ ਤੇ ਰਹਿਣ ਵਾਲਾ ਬਠਿੰਡੇ ਦਾ ਸੀ। ਪਰ ਫਿਰ ਤੁਰ ਕੇ ਮਾਲ ਵੇਚਿਆ ਕਰਦਾ ਸੀ। ਇਨੀ ਦਿਨੀ ਇੱਕ ਬਹੁਤ ਸਾਰਾ ਬਾਜਰਾ ਲੱਦ ਕੇ ਮਹਿੰਗਾ ਵੇਚਣ ਦੇ ਖਿਆਲ ਨਾਲ ਸਤਲੁਜੋਂ ਉਰਾਰ ਆ ਗਿਆ। ਭਿਣਕ ਪਈ ਕਿ ਬਿਆਸਾ ਪਾਰ ਦੂਰ ਅੱਗੇ ਬੜੀਆਂ ਇਮਾਰਤਾਂ ਲੱਗ ਰਹੀਆਂ ਹਨ, ਮੰਦਰ ਤੇ ਤੀਰਥ ਬਣ ਰਿਹਾ ਹੈ, ਹਜ਼ਾਰਾਂ ਮਜ਼ਦੂਰ ਲੱਗ ਰਹੇ ਹਨ, ਉੱਥੇ ਲੰਗਰ ਜਾਰੀ ਹੈ, ਸੈਂਕੜੇ ਮਣ ਅੰਨ ਰੋਜ਼ ਪਕਦਾ ਹੈ। ਲੈ ਜਾ ਬਾਜਰਾ, ਧਨੀ ਥੀ ਜਾਸੇਗਾ। ਗੰਗਾ ਰਾਮ ਸਨੇ ਸਨੇ ਗੁਰੂ ਚੱਕ ਪਹੁੰਚ ਪਿਆ। ਥਾਂ ਲੱਭ ਟਿਕਾਣਾ ਕੀਤਾ, ਮਾਲ ਉਤਾਰਿਆ। ਫਿਰ ਟੁਰ ਕੇ ਹੋ ਰਹੀ ਸੇਵਾ, ਨਾਮ ਬਾਣੀ ਦੇ ਉਚਾਰ, ਸੰਗਤਾਂ ਦੇ ਪ੍ਰੇਮ ਦੇਖੇ, ਗੁਰੂ ਕੇ ਦਰਸ਼ਨ ਕੀਤੇ। ਹਿਰਦੇ ਵਿੱਚ ਸ਼ਰਧਾ ਪਰ ਆਈ, ਸੋਚ ਫੁਰੀ, ਜਨਮ ਸਫਲਾ ਕਰਨੇ ਦਾ ਇਹੀ ਵੇਲਾ ਹੈ। ਇੱਥੇ ਹੀ ਸੇਵਾ ਭਾਵ ਨਾਲ ਸਮੱਤ ਲੈ ਜੀਵਨ ਸਫਲਾ ਕਰਨੇ ਦਾ ਚਾਉ ਉਪਜ ਪਿਆ। ਕਵੀ ਸੰਤੋਖ ਸਿੰਘ ਜੀ ਦੀ ਲਿਖਤ ਹੈ, या ते मैं भी सेवा करूं, शरदा सतगुर की उर्धरों, होए सफल कुछ सुख मैं पाऊं, तब मैं सिੱਖੀ ਭਲੇ ਕਮਾऊं। ਅੱਜ ਉਹ ਦਿਨ ਸੀ ਕਿ ਲੰਗਰ ਦਾ ਅੰਨ ਮੁੱਕ ਗਿਆ ਸੀ ਤੇ ਦੇਗਾਂ ਮਸਤਾਨੀਆਂ ਸਨ। ਇਸ ਨੇ ਗੁਰੂ ਕੇ ਹਜ਼ੂਰ ਬਿਨੈ ਕੱਲੀ ਕਿ ਮੇਰੇ ਕੋਲ ਬਾਜਰਾ ਹੈ, ਲੰਗਰ ਲਈ ਲੈ ਲਿਆ ਜਾਵੇ। ਹੁਕਮ ਹੋਇਆ 100 ਮਣ ਲੈ ਲਵੋ, ਪਰ ਕੀਮਤ ਵਿਸਾਖੀ ਪਰ ਦਿੱਤੀ ਜਾਊ। ਜਦੋਂ ਸੰਗਤਾਂ ਮਾਇਆ ਲੈ ਕੇ ਆਉਂਦੀਆਂ ਹਨ, ਸੋ ਗੰਗਾ ਰਾਮ ਨੇ 100 ਮਣ ਬਾਜਰਾ ਦੇ ਦਿੱਤਾ। ਅਗਲੇ ਦਿਨ ਫਿਰ ਉਹ ਗੱਲ ਵਰਤੀ। ਇਸ ਤਰ੍ਹਾਂ 5 ਦਿਨ 100 ਮਣ ਰੋਜ਼ ਦਿੰਦਾ ਰਿਹਾ ਤੇ ਲੰਗਰ ਚੱਲਦਾ ਰਿਹਾ। ਫਿਰ ਬਾਹਰੋਂ ਅੰਨ ਹੋਰ ਆ ਗਿਆ। ਸਾਰਾ ਕੰਮ ਚੱਲਦਾ ਰਿਹਾ। ਗੰਗਾ ਰਾਮ ਹੁਣ ਸੰਗਤਾਂ ਵਿੱਚ ਰਲ ਕੇ ਸੇਵਾ ਕਰਦਾ ਰਿਹਾ।
ਹਰ ਦਿਨ ਉਸ ਦਾ ਪ੍ਰੇਮ ਤੇ ਸੇਵਾ ਵਿੱਚ ਸ਼ਰਧਾ ਵੱਧਦੀ ਗਈ। ਘਰ ਦੀ ਸੁਰਤ ਢਿੱਲੀ ਪੈਂਦੀ ਗਈ। ਇੰਨੇ ਨੂੰ ਵਿਸਾਖੀ ਦਾ ਮੇਲਾ ਆ ਗਿਆ। ਹਜ਼ਾਰਾਂ ਸੰਗਤਾਂ ਆਈਆਂ। ਦਰਸ਼ਨ ਕਰਕੇ, ਭੇਟਾ ਅਰਪ ਕੇ, ਸੇਵਾ ਵਿੱਚ ਹਿੱਸਾ ਲੈ ਕੇ ਕਿਰਤਾਰਥ ਹੋ ਕੇ ਵਿਦਾ ਹੋਈਆਂ। ਕੁਝ ਦਿਨ ਮਗਰੋਂ ਗੁਰੂ ਜੀ ਨੇ ਗੰਗਾ ਰਾਮ ਨੂੰ ਸਦਵਾ ਕੇ ਬਾਜਰੇ ਦੀ ਕੀਮਤ ਆਖੀ ਕਿ ਆਹ ਲੈ ਲਓ ਆਪਣੇ ਮਾਲ ਦਾ ਮੁੱਲ ਦਿਜਰਾਜ ਜੀ। ਪਰ ਉਸਨੇ ਹੱਥ ਜੋੜੇ ਤੇ ਨਿਮਰੀ ਹੋ ਕੇ ਕਿਹਾ, ਪ੍ਰਭੂ ਜੀ ਮੈਂ ਨਾ ਲਿਓ ਕਛ ਮੋਲਾ, ਰਾਵਰ ਕੀ ਸੇਵਾ ਮੈਂ ਕਰਹੂੰ, ਜਨਮ ਸਫਲ ਕੀ ਆਸਾ ਧਰਹੂੰ, ਸਦਨ ਜਾਨ ਕੀ ਨਾਹਿਨ ਚਾਹੂ, ਬੈਸ ਬਿਤਾਵੈ ਸੰਗਤ ਮਾਹੂ, ਤੁਮ ਤੇ ਪਰੇ ਅਪਰ ਕੋ ਨੀਕਾ, ਜਾਹੇ ਕਲਿਆਣ ਹੋਏ ਹੈ ਜੀ ਕਾ, ਨਹਿ ਤੁਮਰੇ ਦਰ ਸ਼ੋਧਨ ਨਹਿ ਤੁਮਰੋ ਦਰ ਸ਼ੋਰਨ ਕਰੋ, ਰਾਵਰ ਨਾਮ ਧਿਆਨ ਹੀ ਧਰੋ। ਸਤਿਗੁਰੂ ਜੀ ਨੇ ਫੇਰ ਫਰਮਾਇਆ ਕਿ ਪਦਾਰਥ ਲਓ ਤੇ ਜਾਓ, ਆਪਣੇ ਘਰ ਭਾਗ ਲਾਓ। ਪਰ ਬ੍ਰਾਹਮਣ ਨੇ ਹੱਥ ਜੋੜ ਕੇ ਉਹ ਬੇਨਤੀ ਕੀਤੀ ਕਿ ਮੇਰੀ ਭੇਟਾ ਕਬੂਲ ਕਰੋ, ਮੈਨੂੰ ਆਪਣੇ ਦਰ ਤੋਂ ਪਰੇ ਹੋਣ ਦੀ ਆਗਿਆ ਸੁਖ ਕਰੋ, ਆਪਣੀ ਸਿੱਖੀ ਵਿੱਚ ਮੈਨੂੰ ਕਬੂਲ ਲਓ। ਮੇਰਾ ਮੋਹ ਘਰ ਬਾਰ ਕੁਟੁੰਬ ਨਾਲੋਂ ਟੁੱਟ ਚੁੱਕਾ ਹੈ। ਦਰੋਂ ਜੇ ਤੱਕਦੇ ਹੋਗੇ ਤਾਂ ਮੈਂ ਬੇਟਿਕਾਣਾ ਹੋ ਕੇ ਰੁਲ ਜਾਵਾਂਗਾ। ਉਸ ਦਾ ਨਿਸ਼ਚਾ ਦ੍ਰਿੜ ਤੇ ਪ੍ਰੀਤ ਦੀ ਪ੍ਰਬਲਤਾ ਵੇਖ ਕੇ ਸਤਿਗੁਰੂ ਜੀ ਨੇ ਉਸ ਨੂੰ ਨਾਮਦਾਨ ਦੇ ਕੇ ਉਸ ਦੀ ਕਲਿਆਣ ਲਈ ਸਿੱਖ ਬਣਾਇਆ, ਨਾਮਦਾਨ ਕੀਤਾ ਤੇ ਆਗਿਆ ਕੀਤੀ ਕਿ ਤੇਰੀ ਮੁਕਤੀ ਹੋਵੇਗੀ। ਇਹ ਪੁਰਖ ਵੀ ਸੇਵਾ ਵਿੱਚ ਲੱਗ ਗਿਆ। ਇੱਕ ਤਾਂ ਦਿਨ ਭਰ ਕਾਰ ਵਿੱਚ ਲੱਗਾ ਰਹੇ, ਦੂਜੇ ਰਸਨਾ ਨਾਮ ਭਣਦੀ ਰਹੇ। ਰਾਤ ਸਮੇਂ ਪਰ ਪਿਛਲੀ ਰਾਤ ਉੱਠ ਕੇ ਕੀਰਤਨ ਵਿੱਚ ਲਿਵ ਜੋੜ ਬੈਠੇ। ਇਸ ਤਰ੍ਹਾਂ ਸੱਚੀ ਪ੍ਰੀਤ ਤੇ ਧੁਰ ਅੰਦਰਲੀ ਲਗਨ ਕਰਕੇ ਪਾਰਗ੍ਰਾਮੀ ਹੋ ਗਿਆ। ਲਿਖਿਆ ਹੈ ਕਿ ਸਿੱਧੀਆਂ ਫੁਰ ਪਈਆਂ, ਅਜੇ ਸੇਵਾ ਹੋ ਹੀ ਰਹੀ ਸੀ ਕਿ ਇਸ ਨੂੰ ਪੁੱਗ ਪਿਆ ਵੇਖ ਕੇ ਸਤਿਗੁਰੂ ਜੀ ਨੇ ਹੁਕਮ ਦੇ ਕੇ ਬਠਿੰਡੇ ਨੂੰ ਟੋਰਿਆ ਕਿ ਉੱਥੇ ਇਕੰਤ ਹੋ ਕੇ ਬੈਠ ਜਾ ਤੇ ਸਾਈਂ ਵਿੱਚ ਲਿਵ ਲੱਗਾ ਜੁੜਿਆ ਜੀਵਨ ਬਸਰ ਕਰ। ਉਸਨੇ ਐਸਾ ਹੀ ਕੀਤਾ। ਬਠਿੰਡੇ ਜਾ ਕੇ ਪਰਿਵਾਰ ਵਿੱਚ ਨਹੀਂ ਬੈਠਾ, ਨਗਰੋਂ ਬਾਹਰ ਇਕਾਂਤ ਥਾਵੇਂ ਬੈਠ ਗਿਆ। ਇਸ ਦੀ ਪ੍ਰਸਿੱਧੀ ਸਿੱਧ ਕਰਕੇ ਹੋ ਗਈ। ਦੋ ਖੱਤਰੀ ਭਰਾਓ ਬਿਧੀ ਚੰਦ ਤੇ ਸਿਧੀ ਚੰਦ ਬੜੇ ਪੈਸੇ ਵਾਲੇ ਸਨ। ਸਿਧੀ ਚੰਦ ਨੇ ਗੰਗਾ ਰਾਮ ਦੀ ਸੇਵਾ ਚਾ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 15ਵੀਂ। ਭਾਈ ਅਜਬ ਅਜਾਇਬ ਤੇ ਹੋਰ ਸਿੱਖ। ਇਸ ਪ੍ਰਕਾਰ ਹਰਿਮੰਦਰ ਦੀ ਸੇਵਾ ਦੇ ਸਮੇਂ ਅਨੇਕਾਂ ਸਿੱਖ ਸੇਵਾ ਕਰਦੇ ਪਾਰਗ੍ਰਾਮੀ ਹੋਏ। ਅਨੇਕਾਂ ਨਵੇਂ ਸਿੱਖੀ ਵਿੱਚ ਆਏ। ਡਰੋਲੀ ਵਾਲੇ ਅਜਬ ਅਜਾਇਬ ਕਾਰ ਸੇਵਾ ਵਿੱਚ ਸੱਚੇ ਦਿਲੋਂ ਸੇਵਾ ਕਰਦੇ, ਮਾਇਆ ਇਕੱਠੀ ਕਰਕੇ ਲਿਆਉਂਦੇ ਸਨ। ਇਹਨਾਂ ਦੇ ਹੀ ਸੰਗ ਨਾਲ ਭਾਈ ਲਾਲਾ ਲੰਗਾਹਾ ਢਿੱਲੋਂ ਜੱਟ ਅਤੇ ਪੱਟੀ ਦੇ ਚੌਧਰੀ ਭਾਈ ਪੈੜਾ, ਛੱਜਲ ਖੱਤਰੀ, ਕੰਦੂ, ਸੰਘੜ ਆਦਿ ਅਨੇਕਾਂ ਸੇਵਾ ਕਰ ਸਫਲੇ। ਇਹ ਸੁਲਤਾਨੀਏਪਣਾ ਛੱਡ ਕੇ ਸਿੱਖ ਸਜੇ ਸਨ। ਹੋਰ ਜੋ ਚੰਗੇ ਚੰਗੇ ਸੇਵਕ ਲੱਗੇ ਹੋਏ ਸਨ, ਇਹਨਾਂ ਵਿੱਚੋਂ ਭਾਈ ਸਾਲੋ, ਗੁਰੀਆ, ਪ੍ਰੇਮਾ, ਜੇਠਾ, ਭੱਲਣ, ਬੂਲਾ, ਭੂੰਦੜ, ਧਾਰੀ ਆਦਿ ਨਾਮ ਲਿਖੇ ਹਨ। ਭਾਈ ਬੁੱਢਾ, ਭਾਈ ਗੁਰਦਾਸ, ਇਸ ਪ੍ਰਕਾਰ ਦੇ ਘਰ ਦੇ ਸਾਰੇ ਨਿੱਜ ਸੇਵਕ ਤਾਂ ਸਾਰੀ ਕਾਰ ਦੇ ਸਿਰ ਤੇ ਸਨ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 16ਵੀਂ। ਹਰਿਮੰਦਰ ਤੇ ਸਰ ਸੇਵਾ। ਇਸ ਪ੍ਰਕਾਰ ਸਾਰੇ ਪ੍ਰਬੰਧ ਲਿਖਿਆ ਹੈ ਕਿ ਸੋਹਣੇ ਹੋ ਕੇ ਸੇਵਾ ਪ੍ਰੇਮ ਨਾਲ ਸ਼ੀਘਰਤਾ ਨਾਲ ਹੋ ਰਹੀ ਸੀ। ਇਸ ਪ੍ਰਕਾਰ ਸਾਰੇ ਪ੍ਰਬੰਧ ਲਿਖਿਆ ਹੈ ਕਿ ਸੋਹਣੇ ਹੋ ਕੇ ਸੇਵਾ ਪ੍ਰੇਮ ਨਾਲ ਸ਼ੀਘਰਤਾ ਨਾਲ ਹੋ ਰਹੀ ਸੀ। ਨਿਸ਼ਾਨ ਕਈ ਹੁਣ ਤੱਕ ਮੌਜੂਦ ਹਨ। ਉੱਤਰ ਦੀ ਬਾਹੀ, ਜਿੱਥੇ ਬਾਬੇ ਬੁੱਢੇ ਦੀ ਬੇਰ ਹੁਣ ਤੱਕ ਹਰੀ ਭਰੀ ਹੈ ਤੇ ਜਿਸ ਤੇ ਉਦਾਲੇ ਸੰਗਮਰਮਰ ਦੀ ਵਲਗਣ ਹੈ, ਭਾਈ ਬੁੱਢਾ ਜੀ ਦੇ ਬੈਠਣ ਦਾ ਯਾਦਗਾਰੀ ਨਿਸ਼ਾਨ ਹੈ। ਆਪ ਜੀ ਫਿਰ ਟੁਰ ਕੇ
ਸਾਰੀ ਸੇਵਾ ਦੀ ਨਿਗਰਾਨੀ ਕਰਦੇ ਸਨ, ਪਰ ਇੱਥੇ ਬੈਠ ਕੇ ਪ੍ਰਬੰਧ ਵੀ ਕਰਦੇ ਤੇ ਆਰਾਮ ਵੀ ਕਰਦੇ। ਇੱਕ ਬਾਹੀ ਕਿਸੇ ਹੋਰ ਦੇ ਸਪੁਰਦ ਸੀ, ਪਰ ਉਸ ਦਾ ਨਿਸ਼ਾਨ ਤੇ ਨਾਮ ਨਹੀਂ ਮਿਲਦਾ। ਦਰਸ਼ਨੀ ਦਰਵਾਜ਼ੇ ਦੇ ਨਾਲ ਇੱਕ ਪੁਰਾਤਨ ਬੇਰ ਹੈ, ਇਸ ਨੂੰ ਲਾਚੀ ਬੇਰ ਆਖਦੇ ਹਨ। ਇਸ ਟਿਕਾਣੇ ਦੀ ਪਵਿੱਤਰ ਯਾਦਗਾਰ ਵਿੱਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇੱਥੇ ਸਾਹਿਬ ਆਪ ਬੈਠ ਕੇ ਨਿਗਰਾਨੀ ਕਰਦੇ ਹੁੰਦੇ ਸਨ। ਇਸੇ ਤਰ੍ਹਾਂ ਕਦੇ ਸਾਹਿਬ ਦੱਖਣ ਦੀ ਬਾਹੀ ਆਪ ਆ ਬੈਠਦੇ ਤੇ ਸਾਰਾ ਕੰਮ ਵੇਖਦੇ ਚਾਖਦੇ। ਇੱਥੇ ਵੀ ਬੜਾ ਪੱਕਾ ਥੜਾ ਤੇ ਗੁਰਦੁਆਰਾ ਯਾਦ ਵਿੱਚ ਸੀ, ਤੇ ਇਸ ਦੇ ਨਾਲ ਹੀ ਸਰੋਵਰ ਦਾ ਉਹ ਟਿਕਾਣਾ ਹੈ ਜਿਸ ਨੂੰ 68 ਤੀਰਥ ਆਖਦੇ ਹਨ। ਇਹ ਥੜਾ ਤੇ ਗੁਰਦੁਆਰਾ ਅਕਾਲੀਆਂ ਨੇ ਢਾਹ ਦਿੱਤਾ ਸੀ, ਪਰ ਜਦ ਬੱਕਾਪੁਰ ਵਾਲੇ ਸੰਤ ਲਖਬੀਰ ਸਿੰਘ ਜੀ ਨੇ ਆਵਾਜ਼ ਉਠਾਈ ਤੇ ਸੰਗਤਾਂ ਵਿੱਚ ਬੇਚੈਨੀ ਫੈਲੀ ਤੇ ਮੰਗ ਹੋਈ, ਤਦ ਇੱਥੇ ਮੁੜ ਕੇ ਸੰਗਮਰਮਰ ਦਾ ਨਿਸ਼ਾਨ ਕਾਇਮ ਕਰ ਦਿੱਤਾ ਗਿਆ, ਜੋ ਸਾਹਿਬਾਂ ਦੇ ਬੈਠਣ ਦਾ ਟਿਕਾਣਾ ਦੱਸਦਾ ਹੈ। ਜਦ ਕਦੇ ਸ੍ਰੀ ਜੀ ਨੂੰ ਇੱਥੇ ਦੇਰ ਲੱਗ ਜਾਂਦੀ ਤੇ ਆਰਾਮ ਦਾ ਵੇਲਾ ਆ ਜਾਂਦਾ, ਤਾਂ ਥੋੜ੍ਹੀ ਦੂਰ ਆਪ ਬਿਰਛਾਂ ਦੀ ਛਾਵੇਂ ਆਰਾਮ ਕਰਦੇ। ਜਿੱਥੇ ਆਪ ਜੀ ਦੇ ਆਰਾਮ ਲਈ ਮੰਜੀ ਵਿਛਾਈ ਜਾਂਦੀ ਸੀ, ਉੱਥੇ ਹੁਣ ਵੱਡਾ ਥੜਾ ਹੈ ਤੇ ਵਿਚਾਲੇ ਸੰਗਮਰਮਰ ਦਾ ਇੱਕ ਚੌਕੋਣ ਖੁੱਲ੍ਹਾ ਨਿਸ਼ਾਨ ਉੱਚਾ ਖੜਾ ਹੈ। ਇਸ ਨੂੰ ਹੁਣ ਤੱਕ ਮੰਜੀ ਸਾਹਿਬ ਆਖਦੇ ਹਨ। ਸੰਨ 1872-73 ਵਿੱਚ ਜਦੋਂ ਸਿੰਘ ਸਭਾ ਦੀ ਸਾਜਨਾ ਹੋਈ, ਤਾਂ ਉਸ ਦੇ ਸਪਤਾਹਕ ਦੀਵਾਨ ਇਸ ਮੰਜੀ ਸਾਹਿਬ ਦੇ ਉਦਾਲੇ ਥੜੇ ਸਾਹਿਬ ਤੇ ਲੱਗਿਆ ਕਰਦੇ ਸਨ, ਅਤੇ ਪਾਸ ਖੜੀ ਇਮਾਰਤ ਵਿੱਚ ਸਿੰਘ ਸਭਾ ਦਾ ਦਫ਼ਤਰ ਤੇ ਸਮਾਨ ਰੱਖਣੇ ਦਾ ਪ੍ਰਬੰਧ ਸੀ। ਮੰਦਰ ਦੀ ਸਾਜਨਾ ਵਿੱਚ ਵਾਹਿਗੁਰੂ ਨੂੰ ਸਰਬ ਵਿਆਪੀ ਦੱਸਣੇ ਲਈ ਉਸ ਦੇ ਦਰਵਾਜ਼ੇ 4 ਰੱਖੇ ਗਏ, ਜੋ ਉਸ ਦਾ ਵਾਸਾ 4 ਚੁਫੇਰੇ ਵਿਆਪਕ ਹੈ। ਫਿਰ ਇਸ ਲਈ ਕਿ ਕਿਸੇ ਕੁੰਟ ਵਿੱਚ ਹੀ ਖਿਆਲ ਨਾ ਵੱਜ ਜਾਵੇ, ਕੋਈ ਦਰਵਾਜ਼ਾ ਕਿਸੇ ਖਾਸ ਕੂੰਟ ਵਿੱਚ ਨਾ ਰੱਖਿਆ ਗਿਆ, ਸਗੋਂ 2-2 ਕੂੰਟਾਂ ਦੇ ਵਿਚਾਲੇ ਇੱਕ ਦਰਵਾਜ਼ਾ ਸਾਜਿਆ ਗਿਆ। ਜਿਵੇਂ ਹਰ ਕੀ ਪੌੜੀ ਵਾਲਾ ਦਰਵਾਜ਼ਾ ਪੂਰਬ ਦੱਖਣ ਦੇ ਵਿਚਾਲੇ ਹੈ, ਅਗਲਾ ਦਰਵਾਜ਼ਾ ਦੱਖਣ ਪੱਛਮ ਦੇ ਵਿਚਕਾਰ ਹੈ, ਦਰਸ਼ਨੀ ਦਰਵਾਜ਼ਾ ਪੱਛਮ ਉੱਤਰ ਵਿਚਾਲੇ ਹੈ, ਤੇ ਘੰਟਾ ਘਰ ਦੀ ਬਾਹੀ ਵਾਲਾ ਦਰਵਾਜ਼ਾ ਉੱਤਰ ਪੂਰਬ ਦੇ ਵਿਚਾਲੇ ਹੈ। ਸਰੋਵਰ ਦੀਆਂ ਸਾਰੀਆਂ ਪੌੜੀਆਂ ਪੱਕੀਆਂ ਬਣਾਈਆਂ ਗਈਆਂ। ਸਰੋਵਰ ਦਾ ਵਿਚਕਾਰਲਾ ਥੜਾ, ਜਿੱਥੇ ਗੁਰੂ ਰਾਮਦਾਸ ਜੀ ਰੌਣਕਾਂ ਲਾ ਗਏ ਸਨ, ਅਤੇ ਪੱਕਾ ਕੀਤਾ ਗਿਆ, ਪਰ ਇਸ ਦੀ ਨੀਂਹ ਉੱਚੀ ਨਹੀਂ ਰੱਖੀ ਗਈ। ਜਿਤਨੀ ਨੀਵੀਂ ਹੋ ਸਕਦੀ ਸੀ, ਉਤਨੀ ਨਿਵਾਣ ਉੱਤੇ ਬੁਨਿਆਦੀ ਥੜੇ ਦੀ ਸਾਜਨਾ ਕੀਤੀ ਗਈ। ਗੋਇਆ ਕਿ ਪਾਣੀ ਦੀ ਸਤਹ ਉੱਤੋਂ ਹੀ ਇਹ ਉਠਾਈ ਗਈ ਸੀ। ਇਹ ਨੀਵੀਂ ਨੀਂਹ ਕਿਸ ਲਈ ਸੀ? ਸ਼ਾਇਦ ਇਸ ਕਰਕੇ ਕਿ ਉਹਨਾਂ ਦੀ ਆਪਣੀ ਜ਼ਿੰਦਗੀ ਦੀ ਹਲੀਮੀ ਦੇ ਆਸ਼ੇ ਅਨੁਕੂਲ ਸੀ, ਤੇ ਸ਼ਾਇਦ ਇਹ ਗੱਲ ਸੀ ਕਿ ਇਹ ਸਰੋਵਰ ਵਿੱਚੋਂ ਉਗਮ ਰਿਹਾ ਕਮਲ ਫੁੱਲ ਦੇ ਸਦ੍ਰਿਸ਼ ਨਿਰਲੇਪ ਅਵਸਥਾ ਦਾ ਸੂਚਕ ਹੋਵੇ। ਦੁਆਲੇ ਪੱਕੀਆਂ ਸੁਰਗ ਦੁਆਰੀਆਂ ਬਣੀਆਂ, ਜਿਨ੍ਹਾਂ ਪਰ ਛੋਟੀ ਪਰਿਕਰਮਾ ਹੈ। ਮੰਦਰ ਤੋਂ ਦਰਸ਼ਨੀ ਦਰਵਾਜ਼ੇ ਤੱਕ ਜੋ ਪੁਲ ਬਣਾਇਆ ਗਿਆ, ਉਹ ਵੀ ਸੁਰਗ ਦੁਆਰੀਆਂ ਪਰ ਸਾਜਿਆ ਗਿਆ। ਵਿਚਕਾਰਲੇ ਥੜੇ ਤੇ ਹਰਿਮੰਦਰ ਸਾਜਿਆ ਗਿਆ, ਜਿਸ ਦੀ ਵਿਚਕਾਰੋਂ ਮੰਦਰ ਦੀ ਛੱਤ ਇੱਕੋ ਪਾਈ ਗਈ, ਪਰ ਦੁਆਲੇ ਤੇ ਹਰ ਕੀ ਪੌੜੀ ਵਾਲੇ ਪਾਸੇ ਉੱਪਰ ਤੱਕ ਉੱਪਰਲੀ ਇੱਕ ਛੱਤ, 2 ਵਿਚਾਲੇ ਹੋਰ ਛੱਤ ਪਾ ਕੇ ਦੁਛੱਤਾ ਕੀਤਾ ਗਿਆ। ਇਸ ਪ੍ਰਕਾਰ ਮੰਦਰ ਵੀ ਤਿਆਰ ਹੋ ਗਿਆ। ਨਾਲ ਗੁਰੂ ਨਗਰੀ ਵੀ ਵਡੇਰੀ ਤੇ ਪੱਕੀ ਬਣਦੀ ਗਈ। ਜਦੋਂ ਸਾਰਾ ਕਾਰਜ ਸਿਰੇ ਚੜ੍ਹਨ ਦੇ ਸਮਰੱਥ ਸੀ, ਤਦ ਅਸਚਰਜ ਹੁੰਦਾ ਸੀ ਕਿ ਕਿੰਜ ਇਸ ਗੁਰੂ ਵਿਅਕਤੀ ਨੇ ਐਸੀ ਪ੍ਰਭਾਵਸ਼ਾਲੀ ਤੇ ਵਿਸਮਾਦੀ ਰਚਨਾ ਰਚ ਲਈ ਹੈ। ਸੇਵਾ ਕਰਨ ਵਾਲੇ, ਸ਼ਰਧਾ ਵਾਲੇ, ਆਏ ਗਏ ਯਾਤਰੂ, ਆਮ ਲੋਕ, ਮਤਾਂ ਮਤਾਂਤਰਾਂ ਦੇ ਦੇਖ
ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ ਉਚਾਰਦੇ ਸਨ। ਪਰ ਸਤਿਗੁਰੂ ਜੋ ਸਗਲ ਹਉਮੈ ਤੋਂ ਰਹਿਤ ਵੀ ਨਿਮਰਤਾ ਵਿੱਚ ਵਸਦੇ ਸਨ, ਜੋ ਨਿਮਰਤਾ ਕੇ ਸਾਰੇ ਅੰਦਰਲੇ ਨੂੰ ਵਾਹਿਗੁਰੂ ਨਿਵਾਸ ਲਈ ਖਾਲੀ ਕਰ ਦਿੰਦੀ ਹੈ, ਕਿਸ ਭਾਵ ਵਿੱਚ ਸਨ ਉਹ ਕਹਿ ਨਹੀਂ ਸਕੀਦਾ। ਵਾਹਿਗੁਰੂ ਪੂਰਤ ਹਿਰਦੇ ਅਨੁਭਵ ਕਰ ਸਕਦੇ ਹਨ, ਪਰ ਸਾਨੂੰ ਸੁਸਿੱਖਿਅਤ ਕਰਨੇ ਲਈ ਸ੍ਰੀ ਗੁਰੂ ਜੀ ਨੇ ਤਦੋਂ ਇੱਕ ਸ਼ਬਦ ਉਚਾਰ ਕੇ ਸਭ ਨੂੰ ਸੁਝਾ ਦਿੱਤਾ ਕਿ ਮੈਂ ਕਿਸੇ ਕਰਤੱਵ ਦਾ ਕਰਤਾ ਨਹੀਂ ਸਮਝਦਾ ਆਪੇ ਨੂੰ। ਇਹ ਸਾਰਾ ਕਰਤੱਵ ਕਰਤਾ ਪੁਰਖ ਦਾ ਆਪਣਾ ਹੈ, ਉਸ ਦਾ ਇਹ ਬਿਰਧ ਹੈ, ਸੋ ਉਸ ਨੇ ਆਪੇ ਆਪਣਾ ਕਾਰਜ ਕੀਤਾ ਹੈ। ਸਤਿਗੁਰੂ ਦੇ ਹਿਰਦੇ ਦੀ ਪਰਮ ਵਾਹਿਗੁਰੂ ਪੂਰਤ ਅਵਸਥਾ ਵਿੱਚ ਇਸ ਸ਼ਬਦ ਤੋਂ ਵਿਦਿਤ ਹੈ ਜੋ ਇਉਂ ਹੈ। ਸਲੋਕ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਿਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਨਵ ਨਿਧ ਸਿੱਧ ਰਿੱਧ ਦੀਨੇ, ਕਰਤੇ ਤੋਟ ਨ ਆਵੇ ਕਾਈ ਰਾਮ। ਖਾਤ ਖਰਚਤ ਬਿਰਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਦਾਤ ਸਵਾਈ ਨਿਖੁੱਟ ਨਾ ਜਾਈ, ਅੰਤਰ ਜਾਮੀ ਪਾਇਆ। ਕੋਟ ਬਿਗਨ ਸਗਲੇ ਉਠ ਨਾਠੇ, ਦੁਖ ਨਾ ਨੇੜੇ ਆਇਆ। ਸ਼ਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੂਖ ਸਬਾਈ। ਨਾਨਕ ਗੁਣ ਗਾਵਹਿ ਸੁਆਮੀ ਕੇ, ਅਚਰਜ ਜਿਸ ਵਡਿਆਈ ਰਾਮ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਹਨ ਹਰ ਕੇ ਗੁਣ ਗਾਵਹਿ, ਸਦਾ ਕਰਹਿ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਆਨੰਦ ਉਪਜੇ, ਸਾਧ ਸੰਗਤ ਸੰਗ ਬਨੀ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਨੀ। 68 ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਤ ਪਾਵਨ ਬਿਰਦ ਸੁਆਮੀ, ਨਾਨਕ ਸ਼ਬਦ ਆਧਾਰਾ। ਗੁਣ ਨਿਧਾਨ ਮੇਰਾ ਪ੍ਰਭ ਕਸਤਾ ਕਰਤਾ, ਉਸਤਤ ਕੌਣ ਕਰੀ ਜੈ ਰਾਮ। ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀਜੈ ਰਾਮ। ਨਾਮ ਦੀਜੈ ਦਾਨ ਕੀਜੈ, ਬਿਸਰ ਨਾਹੀ ਇੱਕ ਖਿਨੋ। ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਐ ਅਨ ਦਿਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ। ਬਿਨਵੰਤ ਨਾਨਕ ਇਛ ਪੁਨੀ, ਪੇਖ ਦਰਸ਼ਨ ਜੀਜੈ। ਕਵਿਰਾਜ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਜੀ ਦੇ ਇਸ ਭਾਵ ਨੂੰ ਵਧੇਰੇ ਸਮਝ ਗੋਚਰੇ ਕਰਨ ਲਈ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਦੇਣੇ ਤੇ ਕਾਰ ਕਰਵਾਉਣੀ ਤੇ ਸਤਿਗੁਰ ਜੀ ਦੀ ਸਨਮੁਖ ਮਹਿਮਾ ਕਰਨੀ ਆਦਿ ਵਿੱਚ ਦਰਸਾਈ ਹੈ। ਉਸ ਵੇਲੇ ਵਾਹਿਗੁਰੂ ਜੀ ਵੱਲੋਂ ਇਸ ਮੰਦਰ ਨੂੰ ਅਨੰਨ ਹਰੀ ਕੀਰਤਨ ਵਾਲਾ ਮੰਦਰ ਬਣਾਉਣ ਦਾ ਉਪਦੇਸ਼ ਇਉਂ ਦਰਸਾਇਆ ਹੈ। ਇਹੋ ਮੇਰੋ ਮੰਦਰ ਬਰ ਹੋਏ, ਜਿਸ ਕੀ ਸਮਤਾ ਕਰੇ ਨਾ ਕੋਏ। तीन लोक में होए न जैसो, भजन प्रताप बने नित ऐसो। नरक निवारण कारण मोख, मेरो सिमरन होए निर्दोख। जो नर सरदा तर उर परम, गाए कीर्तन होए निश परम। मोह को मिले आए ने संसे,
जन्म मरण को बंद बंद विध्वंसे। गुरप्रताप सूरज ग्रंथ। गुरु साहिब जी ने ਇਹ ਮੰਦਰ ਹਰੀ ਕੀਰਤਨ, ਹਰੀ ਅਰਾਧਨ, ਇੱਕ ਅਕਾਲ ਪੁਰਖ ਦਾ ਅੱਠੇ ਪੈਰ ਦਾ ਸਿਮਰਨ ਦਾ ਟਿਕਾਣਾ ਸਾਜਿਆ, ਜਿਸ ਵਿੱਚ ਕਿ ਵਾਹਿਗੁਰੂ ਸ਼ਬਦ ਰੂਪ ਵਿੱਚ ਸਦਾ ਅਰਾਧਿਆ ਜਾਂਦਾ ਰਹੇ, ਜਿਸ ਦਾ ਨਾਮ ਹਰੀ ਮੰਦਰ ਰੱਖਿਆ ਕਿ ਅਕਾਲ ਪੁਰਖ ਦੀ ਪੂਜਾ ਦਾ ਟਿਕਾਣਾ ਹੈ। ਇਸ ਦੇ ਰਚੇ ਜਾਣ ਦੀ ਵਡਿਆਈ ਤੇ ਸ਼ੋਭਾ ਸਾਰੀ ਕਰਤਾ ਪੁਰਖ ਦੀ ਦੱਸੀ ਤੇ ਆਪ ਨੂੰ ਇੱਕ ਨਿਰਅਭਿਮਾਨ, ਨਿਰਹੰਕਾਰ, ਲੇਸ਼ ਮਾਤਰ ਹੋਂ ਤੋਂ ਵੀ ਰਹਿਤ ਸੇਵਕ ਦੱਸਿਆ। ਪਰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਹਿਰਦੇ ਵਿੱਚੋਂ ਹਉ ਦਾ ਅਭਾਵ ਹੁੰਦਾ ਹੈ, ਉਹ ਹਿਰਦਾ ਵਾਹਿਗੁਰੂ ਨਾਲ ਪੂਰਤ ਹੋ ਜਾਂਦਾ ਹੈ। ਉੱਥੇ ਮੈਂ ਕਰਤਾ ਨਹੀਂ ਰਹਿੰਦਾ, ਉੱਥੇ ਬੈਠਾ ਅਕਾਲ ਪੁਰਖ ਕਰਤਾ ਹੋ ਕੇ ਵਰਤਦਾ ਹੈ। ਹਾਂ, ਹਉਮੈ ਰਹਿਤ ਹਿਰਦੇ ਵਾਹਿਗੁਰੂ ਨਸ਼ੇ ਵਿੱਚ ਮਖਮੂਰ, ਵਾਹਿਗੁਰੂ ਸਰੂਪ ਨਾਲ ਭਰਪੂਰ ਹਿਰਦੇ ਹੁੰਦੇ ਹਨ। ਸੋ ਵਾਹਿਗੁਰੂ ਜੀ ਦੀ ਮਿਹਰ ਨਾਲ ਸਰੋਵਰ ਪੱਕਾ ਬਣ ਗਿਆ, ਵਿੱਚ ਹਰਿਮੰਦਰ ਰੂਪ ਧਾਰ ਖੜੋਤਾ। ਮੰਦਰ ਤੋਂ ਬਾਹਰ ਮੰਦਰ ਦੇ ਦਰਸ਼ਨੀ ਦਰਵਾਜ਼ੇ ਤੱਕ ਪੁਲ ਬਣ ਗਿਆ। ਅੱਗੇ ਸਾਫ਼ ਮੈਦਾਨ ਹੋ ਗਿਆ। ਉਧਰ ਰਾਮਦਾਸਪੁਰ ਨਗਰੀ ਉਸਰ ਗਈ। ਨਗਰੀ ਦਾ ਇੱਕ ਦਰਵਾਜ਼ਾ, ਜਿੱਥੋਂ ਹਰਿਮੰਦਰ ਦੇ ਦਰਸ਼ਨ ਹੁੰਦੇ ਸਨ, ਉਸਰ ਗਿਆ। ਇਸ ਦਾ ਨਾਂ ਅਜੇ ਤੱਕ ਦਰਸ਼ਨੀ ਡਿਓਢੀ ਹੈ। ਨਗਰੀ ਵਿੱਚ ਦੁਕਾਨਾਂ, ਮਕਾਨ, ਗੁਰੂ ਕੇ ਮਹਿਲ ਪੱਕੇ ਬਣ ਗਏ। ਇਉਂ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹੋ ਗਿਆ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋਹ ਪੁਰਖ ਵਿਦਾਤ ਤਾ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸ ਮਲ ਜਾਹੇ, ਨਾਇ ਰਾਮਦਾਸ ਸਰ। ਹੁਨਹਿ ਮਹੱਲਾ ਪੰਜਵਾਂ। ਹੁਣ ਸੰਗਤਾਂ ਦੇ ਦੀਵਾਨ ਹਰਿਮੰਦਰ ਵਿੱਚ ਲੱਗਣ ਲੱਗੇ। ਤਿਰਪਹਿਰੇ ਵਜੇ, ਆਸਾ ਦੀ ਵਾਰ ਲੱਗੇ। ਘੜਿਆਲ ਵੱਜਣ ਦਾ ਟਿਕਾਣਾ ਦਰਸ਼ਨੀ ਦਰਵਾਜ਼ੇ ਦੇ ਬਾਹਰ ਸਾਜਿਆ ਗਿਆ ਸੀ। ਇਸ ਦੀਆਂ ਟੁੰਕਾਰਾਂ ਹਰਿਮੰਦਰ ਤੇ ਨਗਰੀ ਵਾਲਿਆਂ ਨੂੰ ਵਕਤ ਦੀ ਸੋਝੀ ਦਿੰਦੀਆਂ ਰਹਿੰਦੀਆਂ ਸਨ। ਆਸਾ ਦੀ ਵਾਰ ਕੁਛ ਬਾਕੀ ਹੁੰਦੀ ਸੀ ਤਾਂ ਸਤਿਗੁਰ ਦੀ ਸਵਾਰੀ ਆਉਂਦੀ ਸੀ ਤੇ ਆਪ ਹਰਿਮੰਦਰ ਵਿੱਚ ਆ ਬਿਰਾਜਦੇ ਸਨ, ਜਿਸ ਵੇਲੇ ਕਿ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਆਉਂਦੀ ਹੈ। ਜਦੋਂ ਸਭ ਕਾਰਜ ਸੰਪੂਰਨ ਹੋ ਗਿਆ ਤੇ ਬੜਾ ਭਾਰੀ ਸਮਾਗਮ ਵਾਹਿਗੁਰੂ ਜੀ ਦੇ ਧੰਨਵਾਦ ਦਾ ਕੀਤਾ ਗਿਆ, ਉਸ ਸਮੇਂ ਸ੍ਰੀ ਗੁਰੂ ਜੀ ਨੇ ਸੇਵਾ ਕਰਨ ਵਾਲੇ ਸਾਰੇ ਸਿੱਖਾਂ ਨੂੰ ਵਰਦਾਨ ਬਖਸ਼ੇ। ਸਭ ਤੋਂ ਸ਼੍ਰੋਮਣੀ ਸੇਵਾ ਭਾਈ ਬੁੱਢਾ, ਭਾਈ ਭਗਤੂ, ਭਾਈ ਬਹਿਲੋ ਦੀ ਸੀ। ਭਾਈ ਬੁੱਢਾ ਜੀ ਅੱਗੇ ਹੀ ਗੁਰੂ ਘਰ ਵਿੱਚ ਅਤ ਸਨਮਾਨਿਤ ਸੇ ਤੇ ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਹੋਏ ਸੇ। ਉਹਨਾਂ ਨੂੰ ਭਗਤ ਮੁਕਤ ਸਭ ਕੁਛ ਦੀ ਅਸੀਸ ਦਿੱਤੀ ਤੇ ਸੰਗਤਾਂ ਦਾ ਸਹਾਈ ਬਣਾਇਆ। ਭਾਈ ਭਗਤੂ ਨੂੰ ਜੀਵਨ ਮੁਕਤ ਅਵਸਥਾ ਤੇ ਜੰਗਲ, ਦੇਸ਼, ਬੈਰਾੜਾਂ ਦੀ ਸੰਗਤ ਦੀ ਅਗਵਾਨੀ ਬਖਸ਼ੀ। ਭਾਈ ਬਹਿਲੋ ਨੂੰ ਗਿਆਨ ਦਾਨ ਕੀਤਾ ਤੇ ਗੁਪਤ ਤਾਕਤਾਂ ਦੀ ਸ਼ਕਤੀ ਬਖਸ਼ੀ। ਭਾਈ ਉਗਰੂ ਤੇ ਭਾਈ ਕਲਿਆਣਾ ਨੂੰ ਵਾਹਿਗੁਰੂ ਪ੍ਰੇਮ ਦੀ ਪਦਵੀ ਦਿੱਤੀ। 4 ਸਿੱਖ ਹੋਰ ਸਨ, ਜਿਨ੍ਹਾਂ ਦੇ ਨਾਮ ਸਨ ਭਾਈ ਅਜਬ, ਭਾਈ ਅਜਾਇਬ, ਭਾਈ ਉਮਰ ਸ਼ਾਹ ਤੇ ਭਾਈ ਸੰਘਾ। ਇਹ ਸਰੋਵਰ ਦੀ ਸੇਵਾ ਵੀ ਕਰਦੇ ਸਨ ਤੇ ਮਾਇਆ ਵੀ ਸੰਗਤਾਂ ਤੋਂ ਲਿਆ ਕੇ ਖਰਚ ਵਿੱਚ ਸਫਲ ਕਰਦੇ ਸੇ। ਇਹ ਬੜੇ ਦਿਆਨਤਦਾਰ ਤੇ ਸੰਗਤਾਂ ਦੀ ਗੁਰੂ ਅਰਪੀ ਮਾਇਆ ਨੂੰ ਆਪਣੇ ਲਈ ਬਿਕਸਮ ਸਮਝਦੇ ਸਨ। ਇਹਨਾਂ ਤੇ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਕੀਤੀਆਂ, ਨਾਮ, ਪ੍ਰੇਮ ਤੇ ਮੁਕਤ ਦਾਨ ਬਖਸ਼ਿਆ। ਜੇਠਾ, ਪਿਰਾਣਾ, ਪੈੜਾ, ਛੱਜਰ ਜਾਤ ਦਾ ਲੰਗਾਹਾ, ਇਹਨਾਂ ਨੂੰ ਗਿਆਨ ਤੇ ਸਿੱਧੀਆਂ ਬਖਸ਼ੀਆਂ ਅਰ ਅਜਰ ਜਰਨ ਦੀ ਜਾਚ ਵੀ ਨਾਲ ਸਿਖਾਈ। ਭਾਈ ਸਾਲੋ ਨੂੰ ਨਗਰੀ ਦਾ ਵਡਕਾ ਥਾਪਿਆ।
ਨਗਰੀ ਤੇ ਵਸਦੇ ਲੋਕਾਂ ਦੇ ਸਾਰੇ ਪ੍ਰਬੰਧ ਇਸ ਦੇ ਸਪੁਰਦ ਕਰ ਦਿੱਤੇ। ਨਾਮਦਾਨ ਮੁਕਤੀ ਬਖਸ਼ੀ। ਇਸ ਪ੍ਰਕਾਰ ਮਹਾਨ ਸਮਾਗਮ ਸੰਪੂਰਨ ਹੋਇਆ। ਹੁਣ ਗੁਰੂ ਜੀ ਹਰਿਮੰਦਰ ਵਿੱਚ ਜੋਤਾਂ ਜਗਾਉਂਦੇ, ਉਪਦੇਸ਼ ਕਰਦੇ, ਜਗਤ ਨਿਸਤਾਰਦੇ ਤੇ ਕੀਰਤਨ ਦਾ ਰੰਗ ਲਗਭਗ 8 ਪਹਿਰ ਹੀ ਲੱਗਾ ਰਹਿੰਦਾ। ਆਈਆਂ ਸੰਗਤਾਂ ਦੇ ਪ੍ਰਬੰਧ ਲਈ ਹੁਣ ਵਧੇਰੇ ਲੋੜ ਸੀ, ਸੋ ਉਮਰਾ ਸ਼ਾਹ, ਕਲਿਆਣਾ, ਜੇਠਾ, ਪਿਰਾਣਾ ਆਦਿ ਕਈ ਸਿੱਖ ਪਾਸ ਹੀ ਰਹਿੰਦੇ ਸਨ। ਕਦੇ ਕਦੇ ਕੰਮ ਪਏ ਤੇ ਕੋਈ ਬਾਹਰ ਜਾਵੇ, ਪਰ ਉਂਝ ਗੁਰੂ ਕੀ ਨਗਰੀ ਰਹਿ ਕੇ ਸਾਰਾ ਪ੍ਰਬੰਧ ਸਾਰਦੇ ਸਨ। ਸਿੱਖਾਂ ਨੇ ਸੇਵਾ ਸਫਲਤਾ ਨਾਲ ਕੀਤੀ ਤੇ ਆਪਣੀ ਕਲਿਆਣ ਲਈ ਕੀਤੀ, ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਕਿਸੇ ਦੇ ਜੀਅ ਵਿੱਚ ਕੀਤੀ ਸੇਵਾ ਦਾ ਅਭਿਮਾਨ ਸੀ। ਇਹ ਅਭਿਮਾਨ ਰੋਗ ਹੁੰਦਾ ਹੈ ਜੋ ਕੀਤੀ ਸੇਵਾ ਨੂੰ ਗਵਾ ਦਿੰਦਾ ਹੈ। ਇਸ ਤੋਂ ਅਰੋਗ ਕਰਨ ਲਈ ਸਤਿਗੁਰੂ ਜੀ ਨੇ ਭਾਈ ਬੁੱਢਾ ਜੀ ਨੂੰ ਦੀਵਾਨ ਵਿੱਚ ਰੋਜ਼ ਕਥਾ ਕਰਨ ਤੇ ਲਾਇਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦੁਆਰੇ ਸਿੱਖਾਂ ਦੀ ਪਰਖ ਦੀਆਂ ਸਾਖੀਆਂ ਤੇ ਗੁਰਮਤਿ ਦਾ ਉਪਦੇਸ਼ ਸੁਣਾਵੇ। ਇਸ ਪ੍ਰਕਾਰ ਸਾਰੇ ਸੇਵਕ ਸਤਿਗੁਰੂ ਜੀ ਦੇ ਨਿਸਤਾਰੇ ਦੇ ਰਾਹ ਪਾ ਦਿੱਤੇ ਤੇ ਕਾਲਾਂ ਥਾਂ ਪਈਆਂ। ਇਸ ਤੋਂ ਮਗਰੋਂ ਬਾਬਾ ਬੁੱਢਾ ਜੀ ਲੰਗਰ ਵਿੱਚ ਲੱਗੇ ਪਿੰਡਾਂ ਦੇ ਪ੍ਰਬੰਧ ਲਈ ਝਬਾਲ ਲਾਗੇ ਬੀੜ ਵਿੱਚ ਜਾ ਟਿਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 18ਵੀਂ। ਗੁਰਸਿੱਖੀ ਦਾ ਕੇਂਦਰ। ਲਿਖਿਆ ਹੈ ਕਿ ਹਰਿਮੰਦਰ ਦੇ ਸਾਜਣ ਦੀ ਆਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਤੇ ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਕੀਤੀ ਸੀ। ਸ੍ਰੀ ਅਮਰਦਾਸ ਜੀ ਨੇ ਆਪਣੇ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਨੂੰ, ਜੋ ਤਦੋਂ ਸੇਵਾ ਵਿੱਚ ਸਨ, ਇਸ ਸ਼ੁਭ ਸਥਾਨ ਦੀ ਸੇਵਾ ਤੇ ਲਾਇਆ ਸੀ। ਆਪ ਜੀ ਦੇ ਸੱਚਖੰਡ ਪਿਆਨੇ ਮਗਰੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਪੂਰਨ ਤਾਲ ਖਟਾਇਆ ਸੀ। ਨਗਰੀ ਜੋ ਤਦੋਂ ਵਸਾਉਣੀ ਸ਼ੁਰੂ ਕੀਤੀ ਗਈ ਸੀ, ਹੋਰ ਵਧਾਈ ਸੀ। ਆਪ ਜੀ ਦੇ ਸੱਚਖੰਡ ਪਿਆਨੇ ਮਗਰੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਲ ਦੀਆਂ ਪੌੜੀਆਂ ਸਾਰੀਆਂ ਪੱਕੀਆਂ ਕਰਵਾਈਆਂ ਤੇ ਹਰਿਮੰਦਰ ਸਾਜਿਆ। ਨਾਲ ਹੀ ਰਾਮਦਾਸਪੁਰੇ ਦੀ ਨਗਰੀ ਵਸਾਈ, ਜੋ ਡਾਢੀ ਸੰਘਣੀ ਤੇ ਰੌਣਕ ਵਾਲੀ ਹੋ ਗਈ। ਜਿਸ ਬਾਬਤ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਲਿਖਦੇ ਹਨ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸ ਮਲ ਜਾਏ, ਨਾਇ ਰਾਮਦਾਸ ਸਰ। ਪੰਜਾਂ ਹੀ ਸਤਿਗੁਰਾਂ ਦੇ ਸ਼ੁਭ ਸੰਕਲਪ ਮੂਰਤੀਮਾਨ ਹੋ ਕੇ ਇਹ ਹਰੀ ਜਸ ਦਾ ਮੰਦਰ ਉਸਰਿਆ ਤੇ ਸਿੱਖੀ ਦਾ ਕੇਂਦਰੀ ਸਥਾਨ ਬਣਿਆ। ਮੁੱਢ ਤੋਂ ਅੱਜ ਤੱਕ ਸਿੱਖਾਂ ਦੀ ਸੇਵਾ ਇਸ ਦੇ ਸੁੰਦਰ ਤੋਂ ਸੁੰਦਰ ਬਣਾਉਣ ਤੇ ਲੱਗਦੀ ਰਹੀ। ਸਿੱਖਾਂ ਦਾ ਪਿਆਰ, ਫਖਰ ਤੇ ਸੇਵਾ ਇਸ ਤੇ ਡੁੱਲ ਡੁੱਲ ਪੈਂਦੇ। ਸਾਈਂ ਦੀ ਪੂਜਾ ਦਾ ਇਹ ਮੰਦਰ ਸਦਾ ਹੀ ਸ਼੍ਰੋਮਣੀ ਮੰਦਰ ਤੇ ਕੇਂਦਰੀ ਮੰਦਰ ਰਿਹਾ। ਸਿੱਖ ਪੰਥ ਦੀ ਕਾਇਮੀ, ਪ੍ਰਚਾਰ ਤੇ ਪ੍ਰਫੁੱਲਤਾਈ ਵਿੱਚ ਇਸ ਮੰਦਰ ਦੀ ਹਸਤੀ ਦਾ ਸਭ ਤੋਂ ਵੱਡਾ ਹਿੱਸਾ ਹੈ। ਇਸ ਮੰਦਰ ਵਿੱਚ ਸਿਵਾ ਇੱਕ ਅਦੁੱਤੀ ਅਕਾਲ ਪੁਰਖ ਦੀ ਆਰਾਧਨਾ ਦੇ ਕੋਈ ਹੋਰ ਆਰਾਧਨਾ ਨਹੀਂ ਹੋ ਸਕਦੀ। ਇਸ ਵਿੱਚ ਸ਼ਬਦਾਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਤੇ ਅਖੰਡ ਕੀਰਤਨ ਦੇ ਰੂਪ ਵਿੱਚ ਇਲਾਹੀ ਸ਼ਬਦ ਦੀ ਅਨੁਪਮ ਧੁਨੀ ਵਿੱਚ ਇਹ ਗੁਰੂ ਰੂਪ ਵਿੱਚ ਹਰ ਖਿਣ ਉਪਦੇਸ਼ ਕਰਕੇ ਤੇ ਜੀਅਦਾਨ ਦੇ ਰਹੀ ਹੈ। ਸਿਵਾਏ ਅੱਧੀ ਰਾਤ ਦੇ ਇੱਧਰ ਉੱਧਰ ਦੇ ਸਮੇਂ ਦੇ, ਜਦੋਂ ਕਿ ਮੰਦਰ ਵਿੱਚ ਸਫਾਈ ਹੁੰਦੀ ਹੈ, ਲਗਾਤਾਰ ਹਰੀ ਯਸ਼ ਹੁੰਦਾ ਰਹਿੰਦਾ ਹੈ। ਜਿਸ ਵੇਲੇ ਮੰਦਰ ਦੇ ਅੰਦਰ ਸਫਾਈ ਹੁੰਦੀ ਹੈ, ਉਸ ਵੇਲੇ ਦੇ ਸੇਵਕ ਵੀ ਗੁਰਬਾਣੀ ਦੀ ਧੁਨ ਲਾਈ ਰੱਖਦੇ ਜਾਂ ਨਾਮ ਉਚਾਰਦੇ ਰਹਿੰਦੇ ਹਨ। ਬਾਹਰ ਪੌੜਾਂ ਤੇ ਕਿਤੇ ਨਾ ਕਿਤੇ ਕੋਈ ਪ੍ਰੇਮੀ ਬਾਣੀ ਪੜ੍ਹ ਰਿਹਾ ਜਾਂ ਸਮਾਧੀ ਲਾਈ ਭਜਨ ਕਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਅਖੰਡ ਕੀਰਤਨ ਤੇ ਹਰੀ ਨਾਮ ਦਾ ਇਹ ਪਵਿੱਤਰ ਟਿਕਾਣਾ ਜਗਤ ਵਿੱਚ ਇੱਕ ਅਦੁੱਤੀ ਟਿਕਾਣਾ ਹੈ। ਸ਼ਾਲੋਨੇ ਵਾਲੇ ਬਾਬਾ ਜੀ ਦੇ ਪ੍ਰੇਮੀ ਇੱਕ ਯੂਪੀ ਦੇ ਸਹਿਜਧਾਰੀ ਵੱਡੇ ਜ਼ਿਮੀਂਦਾਰ ਸੇਵਕ ਕਹਿੰਦੇ ਹੁੰਦੇ ਸਨ ਕਿ ਹਮਾਰੀ ਤੋਂ ਗੁਰਬਾਣੀ ਕੀਰਤਨ
ने कल्याण कर दी है। अवतार आए, अपने समय के लोगों का उद्धार कर गए, पर देखिए गुरु जी आए और गए ही नहीं, सर्वकाल का उद्धार करने के लिए हरि कीर्तन का रूप धारण किया और श्री हरिमंदिर में बैठ गए। अपने समय के लोगों का उद्धार भी किया और आज हमारा भी कल्याण किया। ये है पृथ्वी पर आना गुरु साहिबान का, आए और गए ही नहीं। इस प्रकार बेअंत जियां दा उद्धार इस मंदिर ने ਆਪਣੇ ਵਿਸਮਾਦੀ ਪ੍ਰਭਾਵ ਹਰੀ ਕੀਰਤਨ ਨਾਲ ਕੀਤਾ ਹੈ। ਸਰੋਵਰ ਵਿੱਚ ਮੰਦਰ ਦਾ ਖੜੇ ਹੋਣਾ ਤੇ ਮੰਦਰ ਦੀ ਬਣਾਵਟ ਕਿਸੇ ਐਸੀ ਵਿਉਂਤ ਦੀ ਹੈ ਕਿ ਦੇਖਣ ਵਾਲੇ ਤੇ ਸਹਿਜ ਸੁਭਾਵ ਹੀ ਵਿਸਮਾਦੀ ਅਸਰ ਪਾਉਂਦੀ ਹੈ। ਇਹ ਵਿਸਮਾਦੀ ਅਸਰ ਇੱਥੇ ਬੈਠ ਕੇ ਭਜਨ ਕਰਨ ਵਾਲਿਆਂ ਨੂੰ ਸਾਈਂ ਲੈਵ ਵਿੱਚ ਜੁੜਨ ਦਾ ਬਹੁਤ ਸਹਾਇਤਾ ਕਰਦਾ ਹੈ। ਨਾਲ ਹਰ ਵਕਤ ਦਾ ਕੀਰਤਨ ਹੋਰ ਪ੍ਰਭਾਵ ਸੁਰਤ ਦੇ ਸਾਈਂ ਵਿੱਚ ਜੁੜਨ ਦਾ ਪਾਉਂਦਾ ਹੈ ਤੇ ਇਨਸਾਨ ਦੇ ਦਿਲ, ਦਿਮਾਗ ਤੇ ਸ਼ਾਂਤੀ, ਸੁਖ ਦਾ ਅਸਰ ਕਰਦਾ ਹੈ। ਇਹਨਾਂ ਉੱਤਮ ਆਤਮ ਪ੍ਰਭਾਵਾਂ ਤੋਂ ਵੱਖਰਾ ਉਸ ਸ਼ਬਦ ਦਾ ਪ੍ਰਭਾਵ ਹੈ ਜੋ ਸ਼ਬਦ ਬ੍ਰਹਮ ਕਹੀਦਾ ਹੈ, ਪਰ ਜੋ ਗੁਰੂ ਜੀ ਦੇ ਇੱਥੇ ਭਜਨ ਕਰਨ ਕਰਕੇ ਸਭ ਤੋਂ ਸदैवी ਰੂਪ ਵਿੱਚ ਘੁੰਮਣ ਘੇਰੀ ਜਲ ਵਾਂਗੂ ਹਰ ਵੇਲੇ ਚੱਕਰ ਲਾ ਰਿਹਾ ਤੇ ਸੁਰਤਾਂ ਨੂੰ ਲੀਨਤਾ ਵੱਲ ਲਿਜਾ ਕੇ ਵਿਲੈ ਕਰ ਦੇਣ ਦਾ ਅਸਰ ਪਾ ਰਿਹਾ ਹੈ। ਇੱਕ थियोसॉफी ਦੇ ਪੈਰੋਕਾਰ प्रोफेसर साहब आखते ਹੁੰਦੇ ਸਨ कि इस मंदिर में सदैवी शब्द का वो प्रभाव है कि हम जब कभी अपनी सुरत के शब्द का विछोड़ा खाकर यहाँ आते हैं, आते ही हमारी गुम हो गई लगन चल पड़ती है और नाम का सिमरन अपने आप चल पड़ता और रसमयी हो जाता है। हाँ, हमारी गुम हो गई करंट वापस आ जाती है। इसी तरह रूस तो ਅਤੇ ਇੱਕ ਮੁਸਲਮਾਨ ਯਾਤਰੂ 8 ਪੈਰ ਇਬਾਦਤ ਹੁੰਦੀ ਦੇਖ ਕੇ ਪ੍ਰਭਾਵਿਤ ਹੋਏ ਸੇ ਤੇ ਉਹ ਅੰਮ੍ਰਿਤ ਦੇ ਵੇਲੇ ਹੀ ਆਗਿਆ ਲੈ ਕੇ ਉੱਪਰਲੀ ਛੱਤੇ ਬੈਠ ਕੇ ਕੀਰਤਨ ਸੁਣਦੇ ਤੇ ਮਗਨ ਹੋ ਜਾਂਦੇ ਸੇ। ਇੱਕ ਹੋਰ ਮੁਸਲਮਾਨ ਬਿਰਧ ਸੱਜਣ ਜੀ ਉਮਰਾਂ ਭਰ ਮੱਕੇ ਵਿੱਚ ਕਾਬੇ ਸ਼ਰੀਫ ਦੀ ਸੇਵਾ ਕਰਦੇ ਆਏ ਸਨ। ਉਹਨਾਂ ਨੇ ਇੱਕ ਚੌਰ ਜੋ ਸੰਦਲ ਦੀ ਲੱਕੜੀ ਦੇ ਬਾਰੀਕ ਰੇਸ਼ੇ ਰਗੜ ਕੇ ਬਣਾਇਆ ਸੀ, ਭੇਟਾ ਕੀਤਾ ਸੀ। ਇਹ ਚੌਰ ਅਜੇ ਤੋਸ਼ੇਖਾਨੇ ਵਿੱਚ ਹੈ ਤੇ ਗੁਰਪੁਰਬਾਂ ਦੇ ਜਲਾਓ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਸਜਾਇਆ ਜਾਂਦਾ ਹੈ। ਇੱਕ ਫਰਾਂਸੀਸੀ ਮੁਸੱਵਰ, ਸ਼ਾਇਦ ਜਾਰਲ ਉਸ ਦਾ ਨਾਮ ਸੀ, ਕਈ ਫੁੱਟ ਮੁਰੱਬਾ ਦੀ ਰੰਗਦਾਰ ਤਸਵੀਰ ਹਰਿਮੰਦਰ ਦੀ ਬਣਾ ਕੇ ਲੈ ਗਏ ਸਨ। ਉਹ ਕਿਹਾ ਕਰਦੇ ਸਨ ਕਿ ਰੋਸ਼ਨੀ ਹੋਰ ਮੰਦਰਾਂ ਅਤੇ ਜੀਵਾਂ ਤੇ ਬਾਹਰੋਂ ਪੈਂਦੀ ਹੈ, ਪਰ ਮੈਂ ਜਦ ਹਰਿਮੰਦਰ ਦੀ ਤਸਵੀਰ ਬਣਾਉਣ ਬੈਠਦਾ ਹਾਂ ਤਾਂ ਮੈਨੂੰ ਇੱਕ ਰੋਸ਼ਨੀ ਅੰਦਰੋਂ ਬਾਹਰ ਪੈਂਦੀ ਦਿਖਾਈ ਦਿੰਦੀ ਹੈ। ਇਹ ਸੱਜਣ ਦੇਖੇ ਹਨ ਤੇ ਆਪਣੇ ਨਾਲ ਮਿਲੇ ਗਿਲੇ ਗੱਲਾਂ ਬਾਤਾਂ ਦੇ ਅਵਸਰ ਮਿਲੇ ਹਨ। ਸਿਵਾਏ ਰੂਸ ਤੋਂ ਆਏ ਸੱਜਣ ਦੇ ਉਹ ਭਾਈ ਸੇਵਾ ਸਿੰਘ ਐਡੀਟਰ ਖਾਲਸਾ ਸਮਾਚਾਰ ਨੂੰ ਮਿਲੇ ਸੇ। ਇੱਕ ਹੋਰ ਆਰੀਆ ਸਮਾਜੀ ਸੱਜਣ ਦਾ ਹਾਲ ਭਾਈ ਸੇਵਾ ਸਿੰਘ ਜੀ ਦਾ ਨਿੱਜ ਡਿੱਠਾ ਸੀ। ਘੰਟੇ ਘਰ ਖੜਾ ਉਹ ਚੁਰਟ ਪੀ ਰਿਹਾ ਸੀ ਕਿ ਮੰਦਰ ਦੀ ਛੋਟੀ ਪ੍ਰਕਰਮਾ ਤੋਂ ਸੰਗਤ ਦੀ ਆਵਾਜ਼ ਆਈ, ਧੰਨ ਗੁਰੂ ਰਾਮਦਾਸ ਕਰੀ ਨਾ ਕਿਸੇ ਦਾ ਮੁਥਾਜ, ਧੰਨ ਗੁਰੂ ਰਾਮਦਾਸ ਕਰੀ ਨਾ ਕਿਸੇ ਦਾ ਮੁਥਾਜ। ਇਹ ਧੁਨ ਸੁਣ ਕੇ ਉਹ ਕਹਿਣ ਲੱਗਾ, ਕਿਆ ਗੁਰੂ ਰਾਮਦਾਸ ਸੱਚਮੁੱਚ ਆਸ਼ਾਪੂਰਨ ਹੈ? ਭਾਈ ਸੇਵਾ ਸਿੰਘ ਸੁਣ ਰਹੇ ਹਨ, ਬੱਲੇ ਬੋਲੇ, ਪਰਤਾ ਲਾਓ। ਉਹ ਬੋਲਿਆ, मैं 14 सिगरेटें रोज पीता हूँ और मैं इसका मोहताज हो गया हाँ। ऐ गुरु रामदास, मेरे ये छूट जाए तो मैं भी जान लूँ कि तू सच्चा आशापूर्ण और किसी का मोहताज ना रखने वाला गुरु है। महीने को बाद ਇਹੋ ਸੱਜਣ ਭਾਈ ਸੇਵਾ ਸਿੰਘ ਜੀ ਨੂੰ ਫਿਰ ਪੁਲ ਤੇ ਮਿਲਿਆ, ਕੜਾਹ ਪ੍ਰਸ਼ਾਦ ਲਿਜਾਂਦਾ। ਤਦ ਭਾਈ ਸੇਵਾ ਸਿੰਘ ਨੂੰ ਪਛਾਣ ਕੇ ਖੜਾ ਕਰ ਲਿਆ ਤੇ ਕਹਿਣ ਲੱਗਾ, ਭਾਈ ਸਾਹਿਬ
ਉਹ ਆਖਰੀ ਚੁਰਟ ਸੀ ਜੋ ਮੈਂ ਉਸ ਵੇਲੇ ਪੀਤਾ। ਫਿਰ ਦੂਜੇ ਦੀ ਮੈਨੂੰ ਲਾਲਸਾ ਨਹੀਂ ਹੋਈ। ਇਉਂ ਛੁੱਟੇ ਜਿਵੇਂ ਸੱਪ ਦੀ ਕੁੰਝ। ਡਾਕਟਰ ਨਹੀਂ ਸਨ ਹਟਾ ਸਕੇ, ਪਰ ਉਸ ਅਰਦਾਸ ਨੇ ਇਹ ਮੇਰੀ ਬੁਰੀ ਆਦਤ ਹਟਾ ਦਿੱਤੀ। ਹੁਣ ਮੈਂ ਸੱਚੇ ਗੁਰੂ ਦਾ ਸ਼ੁਕਰੀਆ ਕਰਨ ਆਇਆ ਹਾਂ। ਇਸ ਪ੍ਰਕਾਰ ਅਨੇਕਾਂ ਵਾਕਿਆ ਹਨ। ਸਭ ਤੋਂ ਵੱਡੀ ਕਰਾਮਤ ਇਹ ਹੈ ਕਿ ਹਰਿਮੰਦਰ ਨੇ 4 ਸਦੀਆਂ ਤੋਂ ਹਰੀ ਕੀਰਤਨ ਦਾ ਰੰਗ ਲਾ ਛੱਡਿਆ ਹੈ ਤੇ ਇਸ ਦੇ ਆਸਰੇ ਬੜੇ ਗੁਰਮੁਖ ਸੰਤ ਤੇ ਮਹਾਤਮਾ ਕਮਾਲ ਨੂੰ ਪੁੱਜੇ ਹਨ। ਸੂਚਨਾ: ਸਿੱਖੀ ਦੀ ਰਹੁ ਰੀਤ ਜੋ ਗੁਰੂ ਨਾਨਕ ਦੇਵ ਜੀ ਨੇ ਤੋਰੀ ਤੇ ਦੂਸਰੇ, ਤੀਸਰੇ, ਚੌਥੇ ਸਤਿਗੁਰੂ ਨੇ ਪੂਰੇ ਪ੍ਰਭਾਵ ਨਾਲ ਪ੍ਰਤਪਾਲੀ, ਹੁਣ ਗੁਰੂ ਅਰਜਨ ਦੇਵ ਜੀ ਨੇ ਪ੍ਰਫੁੱਲਤਾ ਵਿੱਚ ਲੈ ਆਂਦੀ। ਇਹ ਭਾਵ ਨਹੀਂ ਕਿ ਕਦੇ ਉਹ ਘੱਟ ਸੀ ਤੇ ਹੁਣ ਵੱਧ ਹੋਈ, ਪਰ ਇਹ ਕਿ ਉਹ ਆਪਣੀ ਅਸਲੀ ਪਵਿੱਤਰਤਾ ਵਿੱਚ, ਆਪਣੀ ਆਤਮ ਰੰਗਣ ਵਿੱਚ, ਆਪਣੇ ਪਰ ਉਪਕਾਰੀ ਲਹਿਰਾਓ ਵਿੱਚ ਜਿਉਂ ਕਿ ਤਿਉਂ ਰਹੀ, ਘਟੀ ਨਹੀਂ, ਝਵੀ ਨਹੀਂ, ਕੁਮਲਾਈ ਨਹੀਂ, ਹਰੀ ਭਰੀ ਲਹਿ ਕਰਦੀ ਪ੍ਰਫੁੱਲਤ ਰਹੀ ਤੇ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਸ਼ਕਿਲਾਂ ਸੱਕੇ ਭਰਾ ਪ੍ਰਿਥੀ ਚੰਦ ਜੀ ਨੇ ਪਾਈਆਂ। ਉਹਨਾਂ ਦੇ ਹੁੰਦਿਆਂ ਉਹਨਾਂ ਨੂੰ ਪੂਰਨ ਗੁਰਮੁਖ ਵਿਧੀ ਨਾਲ ਨਜਿੱਠਦਿਆਂ ਗੁਰੂ ਅਰਜਨ ਦੇਵ ਜੀ ਦੇ ਸਿੱਖੀ ਮਾਰਗ ਨੂੰ ਆਪਣੀ ਪਵਿੱਤਰਤਾ ਵਿੱਚ ਟੋਰੀ ਰੱਖਣਾ ਤੇ ਸਿਰੇ ਚਾੜੀ ਜਾਣਾ। ਸਿੱਖੀ ਨੂੰ ਪੱਕੇ ਪੈਰਾਂ ਤੇ ਕਾਇਮ ਕਰਨ ਲਈ ਹਰਿਮੰਦਰ ਜੈਸਾ ਸਾਜਣਾ ਸਾਜਣੀ ਤੇ ਉਸ ਅੰਦਰ ਵਾਹਿਗੁਰੂ ਉਪਾਸਨਾ ਦੀ ਅਨੋਖੀ ਰੀਤ ਸदैवी ਕੀਰਤਨ ਦੀ ਜਾਰੀ ਕਰਨੀ, ਜੋ ਹੁਣ ਤੱਕ ਜਾਰੀ ਹੈ। ਕਰਾਮਤਾਂ ਹਨ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਿਖਾਈਆਂ ਤੇ ਹੁਣ ਤੱਕ ਪ੍ਰਤੱਖ ਦਿਸ ਰਹੀਆਂ ਹਨ। ਅਸੀਂ ਮੁੱਢ ਵਿੱਚ ਸੰਖੇਪ ਨਾਲ ਤੱਕ ਆਏ ਹਾਂ ਜੋ ਖੇਚਲਾਂ ਪ੍ਰਿਥੀ ਚੰਦ ਜੀ ਵੱਲੋਂ ਪਹੁੰਚਦੀਆਂ ਤੇ ਆਪ ਨੇ ਗੁਰਮੁਖ ਹਾਰ ਚਲੇ ਜਗਜੀਤਾ ਵਾਲੇ ਅਸੂਲਾਂ ਨਾਲ ਨਜਿੱਠੀਆਂ ਤੇ ਹਰ ਪ੍ਰਕਾਰ ਪਿਆਰ ਕਰ ਮੰਗਾਂ ਮੰਗੀਆਂ ਦੇ ਪੂਰਨ ਕੀਤੀਆਂ। ਪਰ ਕਰਤਾਰ ਦੇ ਰੰਗ ਹਨ। ਪ੍ਰਿਥੀ ਚੰਦ ਜੀ ਨੂੰ ਉਹ ਸੁੱਖ ਜੋ ਪਿਤਾ ਜੀ ਦਿੰਦੇ ਰਹੇ ਸਨ ਤੇ ਇਹ ਨਹੀਂ ਸਨ ਸਮਝੇ ਤੇ ਹੁਣ ਵੀ ਦੇਵੀ ਵੀਰ ਦੀਆਂ ਪਿਆਰ ਭਰੀਆਂ ਵਰਤਣੀਆਂ ਤੇ ਉਪਦੇਸ਼ਾਂ ਦੇ ਲੈਂਦਿਆਂ ਵੀ ਨਾ ਪ੍ਰਾਪਤ ਹੋਇਆ। ਦਿਲ ਦੇ ਅੰਦਰ ਦਿਲ ਦਾ ਨੁਕਤਾ ਹੈ, ਕੇਂਦਰ ਹੈ, ਜਿਸ ਵਿੱਚ ਕਿ ਵਿਆਪਕ ਪ੍ਰਭੂ ਵਸਦਾ ਹੈ, ਜੋ ਕਦੀ ਗੁਰੂ ਮੇਰ ਨਾਲ ਉਸ ਵਿੱਚ ਝਾਤੀ ਮਾਰਨ ਤੇ ਉਸ ਵਿੱਚ ਚੁੱਪ ਸ਼ਾਂਤ ਹੋ ਟਿਕਣ ਲੱਗ ਜਾਵੇ, ਉਹ ਅਸਲੀਅਤ ਨੂੰ ਪਹੁੰਚਦਾ ਹੈ। ਉਸ ਨੂੰ ਫੇਰ ਬਾਹਰ ਦੇ ਜਗਤ ਦੇ ਵਲੇਵੇਂ, ਮੋਹ, ਪਿਆਰ, ਤ੍ਰਿਸ਼ਨਾ ਦੀ ਖਾਤਰ ਕੀਤੇ ਕੁਕਰਮ ਓਪਰੇ ਹੋ ਜਾਪਦੇ ਹਨ। ਨਹੀਂ ਤਾਂ ਇਸ ਤੋਂ ਭੁੱਲਾ ਜਗਤ ਇਸੇ ਜਗਤ ਨੂੰ ਸदैवी ਲੱਖ ਕੇ ਭੁੱਲਾਂ ਦਰ ਭੁੱਲਾਂ ਕਰਦਾ ਰਹਿੰਦਾ ਹੈ। ਉਸ ਅੰਦਰਲੀ ਓਟ ਸੰਭਾਲਣ ਲਈ, ਉਸ ਨੁਕਤੇ ਵਿੱਚ ਸ਼ਾਂਤ ਚੁੱਪ ਹੋ ਟਿਕਣ ਲਈ ਮਾਰਗ ਨਾਮ ਦਾ ਹੈ। ਦੂਜਾ ਮਾਰਗ ਚਿੱਤ ਬਿਰਤੀਆਂ ਨੂੰ ਨਿਰੁੱਧ ਕਰਨੇ ਵਾਲਾ ਪਰ ਯੋਗ ਦਰਸ਼ਨ ਦਾ ਕਰਤਾ ਆਪ ਲਿਖਦਾ ਹੈ ਕਿ ਉਸ ਦਾ ਮਾਰਗ ਨਾਮ ਸਿਮਰਨ ਵੀ ਹੈ ਤੇ ਨਾਲ ਦੱਸਦਾ ਹੈ ਕਿ ਨਾਮ ਦਾ ਮਾਰਗ ਨਿਰਵਿਘਨ ਮਾਰਗ ਹੈ। ਇਸ ਨਾਮ ਮਾਰਗ ਨਾਲ ਉਹ ਦੱਸਦਾ ਹੈ ਕਿ ਜੀਵ ਆਪਣੇ ਸਰੂਪ ਵਿੱਚ ਜਾ ਟਿਕਦਾ ਹੈ, ਜੋ ਅਸਾਂ ਕਿਹਾ ਹੈ ਕਿ ਆਪਣੇ ਅੰਦਰਲੇ ਕੇਂਦਰ ਨੂੰ, ਆਪਣੀ ਅੰਦਰਲੀ ਓਟ ਧੁਰੇ ਵਿੱਚ ਜਾ ਪਹੁੰਚਦਾ ਹੈ, ਜਿੱਥੋਂ ਕਿ ਵਾਹਿਗੁਰੂ ਪ੍ਰੀਤਮ ਦੇ ਦਰਸ਼ਨ, ਉਹਨਾਂ ਦੀ ਹੋਂਦ ਦੀ ਪ੍ਰਤੀਤੀ, ਉਹਨਾਂ ਦੇ ਕੌਤਕਾਰ ਹੋ ਕੇ ਜੀਵ ਨੂੰ ਆਪਣੀ ਹਜ਼ੂਰੀ ਵਿੱਚ ਰੱਖਣ ਦੇ ਪਿਆਰ ਵਰਤਦੇ ਹਨ। ਯਾਦ ਕਰਦੇ ਜਿੱਥੇ ਅਸੀਂ ਆਪਣੇ ਅੰਦਰ ਪਹੁੰਚਦੇ ਹਾਂ, ਉੱਥੇ ਸਾਡੀ ਅਰਦਾਸ ਸੁਣ ਕੇ ਆਪਣੇ ਜਨ ਕੋ ਕਬੂ ਨਾ ਵਿਸਾਰੋ, ਉਹ ਦਾਤਾ ਫੇਰ ਸਾਨੂੰ ਨਹੀਂ ਵਿਸਾਰਦਾ। ਉਸ ਦੀ ਪਿਆਰ ਭਰੀ ਯਾਦ ਨਾਲ, ਹਾਂ, ਉਸ ਨਦਰੀ ਦੀ ਨਦਰ ਨਾਲ ਫਿਰ ਅਸੀਂ ਨਿਹਾਲ ਹੁੰਦੇ ਰਹਿੰਦੇ ਹਾਂ। ਸ਼ੌਕ ਹੈ ਕਿ ਪ੍ਰਿਥੀ ਚੰਦ ਜੀ ਦੇ ਕਰਤੱਵ ਜੋ ਸਾਨੂੰ ਲਿਖੇ ਮਿਲਦੇ ਹਨ, ਦੱਸਦੇ ਹਨ ਕਿ ਉਹ ਸੁੱਖ ਜੋ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਪ੍ਰਿਥੀ ਚੰਦ ਜੀ ਨੇ ਨਾ ਲਿਆ ਤੇ ਵੱਡੇ ਸੰਤਾਪ ਵਿੱਚ ਰਿਹਾ। ਗੁਰੂ ਰਾਮਦਾਸ ਜੀ ਨੇ ਵੱਡੇ ਪੁੱਤਰ ਨੂੰ ਆਪ ਸਮਝਾਇਆ, ਉਹ ਨਾ ਸਮਝਿਆ, ਸਗੋਂ ਪਿਤਾ ਗੁਰੂ ਜੀ ਨਾਲ ਬਹਿਸਾਂ ਤੇ ਝਗੜੇ ਕੀਤੇ, ਜੈਸਾ ਕਿ ਆਪ ਸ੍ਰੀ ਗੁਰੂ ਰਾਮਦਾਸ ਜੀ ਨੇ ਫਰਮਾਇਆ ਹੈ,
सारंग महला पंजवा। कर तीजा दुपदा एक ओंकार। सतगुर प्रसाद काहे पूत। जगत हाँ संग बाप। जिनके जने बडीरे तुम हो। तिन स्यों जगत पाप। रहाओ जिस धन का तुम गर्भ करत हो। सो तन किसे न आप। खिन में छोड़ जाए बिखिया रस। तो लागे संता पछताप। जो तुमरे प्रभ होते स्वामी। हर तिन के जापो जाप। उपदेश करत नानक जन तुमको। जो सुनो तो जाए संताप। चित नहीं करदा कि श्री ਪ੍ਰਿਥੀ ਚੰਦ ਜੀ ਦੇ ਵਰਤਾਓ ਜੋ ਬੜੇ ਮਾੜੇ ਹਨ, ਲਿਖੀਏ ਚਿਤ ਕਰਦਾ ਹੈ ਕਿ ਉਹਨਾਂ ਦੇ ਔਗਣਾਂ ਦੀ ਕੰਨ ਨਾ ਬੰਨੀਏ ਤੇ ਆਪਣੇ ਦੇਵੀ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਨੂੰ ਵਿਹਾਜੀਏ। ਪਰ ਇਤਿਹਾਸ ਜੋ ਹੋਇਆ ਉਸ ਦਾ ਲਕੋ ਨਹੀਂ ਬਣਦਾ ਤੇ ਉਹਨਾਂ ਮਾੜੇ ਵਰਤਾਵਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਦੀ ਗੁਰਤਵ ਤੇ ਆਤਮ ਉੱਚਤਾ ਦੇ ਦਰਸ਼ਨ ਹੁੰਦੇ ਹਨ ਤੇ ਭੁੱਲਾਂ ਵਿੱਚ ਫਸੇ ਗਾਫਲ ਜਗਤ ਨੂੰ ਕੁਝ ਸਿੱਖਿਆ ਮਿਲਦੀ ਹੈ। ਇਸ ਕਰਕੇ ਸੰਖੇਪ ਵਿੱਚ ਉਹਨਾਂ ਦਾ ਕਥਨ ਅਗਲੇ ਸਫ਼ਿਆਂ ਵਿੱਚ ਗੁਰੂ ਅਰਜਨ ਦੇਵ ਜੀ ਦੇ ਪਰ ਉਪਕਾਰੀ ਤੇ ਜਗਤ ਰੱਖਿਆ ਦੇ ਕੰਮਾਂ ਵਿੱਚ ਕੁਛ ਆਉਂਦਾ ਜਾਵੇਗਾ। ਫਿਰ ਉਹਨਾਂ ਦੇ ਮਹਾਨ ਕਾਰਜ ਗੁਰੂ ਗ੍ਰੰਥ ਰਚਨਾ ਦਾ ਜ਼ਿਕਰ ਤੇ ਨਾਲ ਤੇ ਮਗਰੋਂ ਕੁਛ ਸਿੱਖਾਂ ਦੇ ਜੀਵਨ ਆਉਣਗੇ ਜਿਸ ਤੋਂ ਅਸਾਂ ਸਿੱਖੀ ਦੀ ਜਾਚ ਸਿੱਖਣੀ ਹੈ ਤੇ ਫਿਰ ਉਹਨਾਂ ਦੀ ਮਹਾਨ ਕੁਰਬਾਨੀ ਆਪ ਸਰੀਰ ਸਦਕੇ ਕਰ ਦੇਣ ਦੀ ਦਰਦ ਭਰੀ ਵਿਥਿਆ ਵਰਨ ਹੋਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ 17ਵੀਂ। ਇੱਕ ਉਦਾਸੀਨ ਗੱਲ। ਜਦੋਂ ਹਰਿਮੰਦਰ ਦੀ ਨੀਂਹ ਦੀ ਇੱਟ ਸਤਿਗੁਰੂ ਜੀ ਨੇ ਧਰੀ ਸੀ ਤਾਂ ਰਾਜ ਨੇ ਉਹ ਇੱਟ ਚੁੱਕ ਕੇ ਆਪਣੀ ਮਰਜ਼ੀ ਨਾਲ ਫੇਰ ਰੱਖੀ। ਤਦ ਗੁਰੂ ਜੀ ਮੁਸਕਰਾਏ ਤੇ ਫਰਮਾਇਆ, ਅਬ ਚੱਲ ਮੰਦਰ ਦੀ ਨੀਂਹ ਅਹਿਲ ਰਹਿਣੀ ਚਾਹੀਦੀ ਸੀ, ਇਹ ਹਿਲ ਗਈ ਹੈ, ਸੋ ਦੇਖੋ ਕੀ ਕੌਤਕ ਭਵਿੱਖ ਵਿੱਚ ਵਰਤਦਾ ਹੈ। ਇਹ ਵਾਕ ਇਸ ਤਰ੍ਹਾਂ ਸਾਰਥਕ ਹੋਏ ਕਿ ਅਹਿਮਦ ਸ਼ਾਹ ਅਬਦਾਲੀ ਨੇ 1819 ਬਿਕਰਮੀ ਸੰਮਤ ਵਿੱਚ ਇਸ ਮੰਦਰ ਨੂੰ ਢਾਇਆ ਤੇ ਬਰੂਦ ਭਰ ਕੇ ਉਡਾਇਆ। ਪਰ 2 ਸਾਲ ਮਗਰੋਂ ਸੰਮਤ 1821 ਵਿੱਚ ਖਾਲਸਾ ਦਲ ਨੇ ਫਿਰ ਇਕੱਤਰ ਹੋ ਕੇ ਹੁਣ ਵਾਲਾ ਮੰਦਰ ਉਹਨਾਂ ਹੀ ਨੀਹਾਂ ਤੇ ਉਵੇਂ ਹੀ ਉਸਾਰਿਆ। ਹੁਣ ਵਾਲੀ ਸੋਨੇ ਤੇ ਸੰਗਮਰਮਰ ਦੀ ਸੇਵਾ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਸੰਮਤ 1859 ਵਿੱਚ ਕੀਤੀ। ਲੱਖਾਂ ਰੁਪਏ ਦੇ ਜਵਾਹਰਾਤ ਸਮੇਂ ਸਿਰ ਸਿੱਖ ਮਿਸਲਾਂ ਵੱਲੋਂ ਸਰਦਾਰ ਤੇ ਮਹਾਰਾਜਾ ਰਣਜੀਤ ਸਿੰਘ ਅਰਦਾਸ ਕਰਾਉਂਦੇ ਰਹੇ, ਜੋ ਹੁਣ ਤੱਕ ਤੋਸ਼ੇਖਾਨੇ ਵਿੱਚ ਹਨ ਤੇ ਗੁਰਪੁਰਬਾਂ ਤੇ ਸਜਾਏ ਜਾਂਦੇ ਹਨ, ਜਿਨ੍ਹਾਂ ਨੂੰ ਜਲਾਓ ਆਖਦੇ ਹਨ। ਚਾਰੋਂ ਦਰਵਾਜ਼ਿਆਂ ਦੀਆਂ ਸੋਨੇ ਦੀਆਂ ਜੋੜੀਆਂ ਵੀ ਤਦੋਂ ਹੀ ਲੱਗੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ 19ਵੀਂ। ਦੂਸਰਾ ਵਿਆਹ। ਲਿਖਿਆ ਹੈ ਕਿ ਸੰਮਤ 1646 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਸਥ ਜੀਵਨ ਵਿੱਚ ਇੱਕ ਭਾਣਾ ਵਰਤਿਆ। ਉਹ ਇਹ ਸੀ ਕਿ ਆਪ ਜੀ ਦੀ ਸੁਭਾਗ ਪਤਨੀ ਜੀ ਦਾ ਸੱਚੇ ਘਰਾਂ ਨੂੰ ਪਿਆਨਾ ਹੋ ਗਿਆ। ਇਸ ਸੁਭਾਗ ਬੀਬੀ ਦਾ ਨਾਮ ਸੀ ਸ਼੍ਰੀ ਰਾਮ ਕੌਰ ਜੀ। ਇਹ ਵਿਆਹ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਪ ਰਚਾਇਆ ਸੀ। ਇਸ ਬੀਬੀ ਦੇ ਘਰ ਔਲਾਦ ਕੋਈ ਨਹੀਂ ਹੋਈ ਸੀ। ਹੁਣ ਇਹ ਬੀਬੀ ਗੁਜ਼ਰ ਗਈ। ਇਸ ਤੋਂ ਕੁਝ ਸਮਾਂ ਮਗਰੋਂ ਵੱਡੇ ਗੁਰਸਿੱਖਾਂ ਨੇ ਲਿਖਿਆ ਹੈ ਕਿ ਗੁਰੂ ਜੀ ਨੂੰ ਦੂਜੇ ਵਿਆਹ ਲਈ ਪ੍ਰੇਰਿਆ। ਸੋ 22 ਹਾੜ ਸੰਮਤ 1647 ਬਿਕਰਮੀ ਨੂੰ ਆਪ ਜੀ ਦਾ ਦੂਜਾ ਵਿਆਹ ਸੁਭਾਗ ਬੀਬੀ ਗੰਗਾ ਜੀ ਨਾਲ ਹੋਇਆ। ਇਹ ਬੀਬੀ ਫਲੌਰ ਦੇ ਪਰਗਣੇ ਵਿੱਚ ਪਿੰਡ ਮਾਓ ਤੇ ਰਹਿਣ ਵਾਲੀ ਸੇਖੜੀ ਖੱਤਰੀ ਸੀ। ਸ੍ਰੀ ਸੰਗਤ ਰਾਏ ਦੀ ਬੇਟੀ ਸੀ। ਇਹ ਬੀਬੀ ਬੜੀ ਸੁਸ਼ੀਲ, ਪੂਰਨ ਪਤੀਵ੍ਰਤਾ
ਨਾ ਬਾਣੀ ਦੀ ਰਸੀਆ ਦੂਰ ਅੰਦੇਸ਼ ਤੇ ਦਾਨਾ ਸੁਭਾਗਣ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 20ਵੀਂ ਮਾਝੇ ਦੀ ਫੇਰੀ। ਇਤਿਹਾਸ ਵਿੱਚ ਲਿਖਿਆ ਹੈ ਕਿ ਫੱਗਣ ਸੰਮਤ 1646 ਬਿਕਰਮੀ ਵਿੱਚ ਗੁਰੂ ਜੀ ਨੂੰ ਤੀਸਰੇ ਚੌਥੇ ਸਤਿਗੁਰਾਂ ਦਾ ਸਿੱਖ ਹਿੰਦਾਲ ਜੰਡਿਆਲੇ ਲੈ ਗਿਆ ਤੇ ਕੁਛ ਦਿਨ ਪਾਸ ਰੱਖ ਕੇ ਬੜੀ ਆਗਤ ਭਾਗਤ ਕੀਤੀ। ਕੁਛ ਦਿਨ ਠਹਿਰ ਕੇ ਆਪ ਅੱਗੇ ਟੁਰ ਪਏ ਤੇ ਕਈ ਥਾਂ ਹੁੰਦੇ ਖਾਰੇ ਪੁੱਜ ਗਏ। ਇਹ ਵੀ ਪਤਾ ਚੱਲਦਾ ਹੈ ਕਿ ਆਪ ਜੰਡਿਆਲੇ ਤੋਂ ਖਡੂਰ ਗਏ ਤੇ ਖਡੂਰ ਤੋਂ ਗੋਇੰਦਵਾਲ, ਇੱਥੋਂ ਸਰਹਾਲੀ ਜਾ ਭਾਗ ਲਾਏ। ਇੱਥੋਂ ਆਪ ਨੂੰ ਇੱਕ ਪ੍ਰੇਮੀ ਸਿੱਖ ਬੇਨਤੀ ਕਰਕੇ ਭੈਣੀ ਪਿੰਡ ਲੈ ਗਿਆ। ਆਪ ਜਦ ਪਹੁੰਚੇ ਤਾਂ ਰੋਟੀ ਵੇਲਾ ਹੋ ਚੁੱਕਾ ਸੀ, ਪਰ ਦਾਲ ਸਬਜ਼ੀ ਅਜੇ ਕੁਝ ਤਿਆਰ ਨਾ ਹੋਈ ਸੀ। ਸੋ ਪ੍ਰੇਮੀ ਦੀ ਇਸਤਰੀ ਨੇ ਛੇਤੀ ਨਾਲ ਇੱਕ ਰੋਟੀ ਪਕਾ ਕੇ ਚੂਰੀ ਕੁੱਟੀ, ਖੰਡ ਤੇ ਘਿਓ ਪਾ ਕੇ ਤਿਆਰ ਕਰਕੇ ਸਾਹਿਬਾਂ ਅੱਗੇ ਲਿਆ ਧਰੀ। ਆਪ ਛਕ ਕੇ ਪ੍ਰਸੰਨ ਹੋਏ ਤੇ ਬੋਲੇ, ਬੀਬੀ ਨੇ ਬਹੁਤ ਸਵਾਦੀਕ ਚੋਲਾ ਲਿਆ ਕੇ ਖਵਾਇਆ ਹੈ। ਇਸ ਵਾਕ ਤੋਂ ਪਿੱਛੋਂ ਇਸ ਪਿੰਡ ਦਾ ਨਾਮ ਹੀ ਚੋਲਾ ਪੈ ਗਿਆ। ਹੁਣ ਤੱਕ ਉਸ ਦਾ ਨਾਮ ਚੋਲਾ ਹੈ ਤੇ ਤਦੋਂ ਹੀ ਸਰਕਾਰੀ ਕਾਗਜ਼ਾਂ ਵਿੱਚ ਵੀ ਬਦਲ ਗਿਆ ਸੀ। ਚੋਲਾ ਆਖਦੇ ਹਨ ਸਵਾਦੀਕ ਭੋਜਨ ਨੂੰ। ਇਹ ਪਿੰਡ ਸਰਹਾਲੀ ਲਾਗੇ ਹੈ। ਗੁਰਦੁਆਰਾ ਇੱਥੇ ਬਣਿਆ ਹੋਇਆ ਹੈ। ਉਸ ਸਮੇਂ ਆਪ ਜੀ ਨੇ ਰੱਬ ਜੀ ਦੀ ਸ਼ੁਕਰਗੁਜ਼ਾਰੀ ਵਿੱਚ ਜੋ ਸ਼ਬਦ ਉਚਾਰਿਆ ਉਹ ਇਹ ਸੀ, ਧਨਾਸਰੀ ਮਹੱਲਾ ਪੰਜਵਾਂ। ਬਾਹਰ ਜਾਓ ਗੁਰ ਆਪਣੇ ਉੱਪਰ, ਜਿਨ ਹਰ ਹਰ ਨਾਮ ਦ੍ਰਿੜਾਇਆ। ਮਹਾ ਉਦਿਆਨ ਅੰਧਕਾਰ ਮੈਂ, ਜਿਨ ਸੀਧਾ ਮਾਰਗ ਦਿਖਾਇਆ। ਹਮਰੇ ਪ੍ਰਾਨ ਗੋਬਿੰਦ ਗੋਪਾਲ, ਹਮਰੇ ਪ੍ਰਾਨ ਗੋਪਾਲ ਗੋਬਿੰਦ। ਇਹਾਂ ਉਹਾਂ ਸਰਬ ਥੋਕ ਕੀ, ਜਿਸੈ ਹਮਾਰੀ ਚਿੰਦ। ਜਾਂ ਕੈ ਸਿਮਰਨ ਸਰਬ ਨਿਧਾਨਾ, ਮਾਨ ਮਹਤ ਮਤ ਪੂਰੀ। ਨਾਮ ਲੈਤ ਕੋਟ ਅਗਨਾਸੇ, ਭਗਤ ਬਾਛੈ ਸਭ ਧੂਰੀ। ਸਗਲ ਮਨੋਰਥ ਜੇ ਕੋ ਚਾਹੈ, ਸੇਵੈ ਏਕ ਨਿਧਾਨਾ। ਪਾਰ ਬ੍ਰਹਮ ਅਪਰੰਪਰ ਸੁਆਮੀ, ਸਿਮਰਤ ਪਾਰ ਪਰਾਨਾ। ਸੀਤਲ ਸਾਂਤ ਮਹਾ ਸੁਖ ਪਾਇਆ, ਸੰਤ ਸੰਗ ਰਹਿਓ ਓਲਾ। ਹਰ ਤਨ ਸੰਚਨ ਹਰ ਨਾਮ ਭੋਜਨ, ਇਹੋ ਨਾਨਕ ਕੀਨੋ ਚੋਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।